गर्भ मुट्ठी बिल लाए। विछुड़िया गुरु मेलसी, हर रस नाम प्यार। साच सहज शोभा कणी, हर गुण नाम आधार। ज्यों भावै त्यों रख तू, मैं तुझ बिन कवन पतार। अखर पढ़ पढ़ भूलीऐ, भेखी बहुत अभिमान। तीरथ नाता क्या करे, मन मह मैल गुमान। गुर बिन किन समझाईऐ, मन राजा सुल्तान। प्रेम पदार्थ पाईऐ, गुरमुख तत् विचार। सा धन आप गवाया, गुर कै शब्द शिंगार। घर ही सो पिर पाया, गुर कै हेत अपार। गुर की सेवा चाकरी, मन निर्मल सुख होए। गुर का शब्द मन वसिया, हਉ मैं विचों खोए। नाम पदार्थ पाया, लाभ सदा मन होए। कर्म मिलै तां पाईऐ, आप ना लिया जाए। गुर की चरणी लग रहो, विचों आप गवाए। सच्चे सेती रत्तियां, सच्चो पल्लै पाए। भुल्लण अंदर सब को, अभुल गुरु करतार। गुरमत मन समझाया, लागा तिसै प्यार। नानक साच न विसुरै, मिले शब्द अपार। वाहिगुरु जी का खालसा, वाहिगुरु जी की फतेह। हाजरा हजूर चबर छतर तख्त दे मालक शब्द गुरु धन धन साहिब श्री गुरु ग्रंथ साहिब महाराज जी दी कोटान कोटान किरपा रहमत ते बख्शिश बनी है, जो सतगुरु जी ने अपने चरनां दा प्यार बख्शिया है। अज दी अंम੍ਰਿਤਮਈ पावन गुरबाणी दी विचार दे नाल सानू जोड़न दा यतन कीता है। अकाल पुरख वाहिगुरु जी दा कोटान कोटान शुकराना है, जिन्हां ने सवासां दी महाौलत बख्शी है ते आप गुरु दियां प्यार वालियां संगतां दे सन्मुख होण दा सबब नसीब होया है। ग्लोबल गुरबाणी विचार मंच वल्लों जो रोजाना ही लड़ीवार धन धन साहिब श्री गुरु ग्रंथ साहिब जी की पावन लड़ीवार कथा निरंतर चल रही है, जिस विच श्री राग दे हुण तक दे पहले 100 शब्द 4 पदियां दे विचार चुके हैं। अष्टपदियां दे शब्दां दी लड़ीवार कथा निरंतर चल रही है, जिस विच गुरु नानक साहिब जी दे पावन मुखार बिंद तो जो उचारण किए हुए पावन शब्द उन्हां दी विचार चल रही है।
ਸੋ ਰੋਜ਼ਾਨਾ ਹੀ ਇੱਕ ਸ਼ਬਦ ਨੂੰ ਆਪਾਂ ਵਿਚਾਰਦੇ ਹਾਂ ਕਿ ਸਤਿਗੁਰੂ ਜੀ ਸਾਨੂੰ ਗੁਰਬਾਣੀ ਦੇ ਵਿੱਚ ਕੀ ਸਮਝਾ ਰਹੇ ਨੇ। ਜਿਵੇਂ ਅੱਜ ਦਾ ਆਪ ਜੀ ਨੇ ਹੁਣੇ ਸ਼ਬਦ ਸਰਵਣ ਕੀਤਾ ਹੈ, ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਪਾਵਨ ਸ਼ਬਦ ਨੰਬਰ ਅਸ਼ਟਪਦੀਆਂ ਦੇ ਵਿੱਚੋਂ ਇਹ 12ਵਾਂ ਨੰਬਰ ਸ਼ਬਦ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪੰਨਾ ਨੰਬਰ 60 ਤੋਂ ਲੈ ਕੇ 62 ਤੱਕ ਸੁਭਾਏਮਾਨ ਹੈ। ਸ਼ਬਦ ਦੇ ਕੁੱਲ 8 ਪਦੇ ਨੇ, ਇੱਕ ਪਦਾ ਰਹਾਉ ਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਪਾਵਨ ਗੁਰੂ ਸ਼ਬਦ ਦੇ ਵਿੱਚ ਮਨ ਦੀ ਮਤ ਪਿੱਛੇ ਲੱਗਣ ਵਾਲੇ ਮਨਮੁਖ ਦੀ ਕਹਾਣੀ ਨੂੰ ਬਿਆਨ ਕੀਤਾ ਹੈ। ਇਹ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਮਨੁੱਖ ਮਾਇਆ ਦੇ ਜਾਲ ਵਿੱਚ ਭਰਮਦਾ ਹੋਇਆ ਆਪਣੇ ਨਿਸ਼ਾਨੇ ਤੋਂ, ਆਪਣੀ ਮੰਜ਼ਿਲ ਤੋਂ ਭਟਕ ਜਾਂਦਾ ਹੈ ਤੇ ਜਿਸ ਜ਼ਿੰਦਗੀ ਨੂੰ ਪਦਾਰਥਾਂ ਦੇ ਵਿੱਚ ਲੀਨ ਕਰਕੇ ਮਾਇਆ ਦੇ ਪਿੱਛੇ, ਮਾਇਆ ਦੀ ਹੱਥ ਦੀ ਕਠਪੁਤਲੀ ਬਣ ਕੇ ਨੱਚਦਾ ਹੋਇਆ ਜਿਸ ਜੀਵਨ ਨੂੰ ਸਦੀਵੀ ਸਮਝਦਾ ਹੈ, ਉਹ ਜੀਵਨ ਵੀ ਇੱਕ ਦਿਨ ਇਹਨੂੰ ਧੋਖਾ ਦੇ ਜਾਂਦਾ ਹੈ। ਰੋਜ਼ਾਨਾ ਇੱਕ ਸਵਾਸ ਇਹਦੇ ਜੀਵਨ ਦੇ ਵਿੱਚੋਂ ਮਾਈਨਸ ਹੁੰਦੇ ਜਾ ਰਹੇ ਨੇ, ਪਰ ਸਤਿਗੁਰ ਦੀ ਮੱਤ ਲੈਣ ਤੋਂ ਬਿਨਾਂ ਇਹਨੂੰ ਇਹ ਸੋਝੀ, ਇਹ ਸਮਝ ਨਹੀਂ ਆ ਸਕਦੀ। ਇਸੇ ਕਰਕੇ ਸਤਿਗੁਰੂ ਜੀ ਨੇ ਅੱਜ ਦੇ ਸ਼ਬਦ ਵਿੱਚ ਸਾਡੇ ਵਰਗੇ ਭੁੱਲੜ ਮਨੁੱਖਾਂ ਨੂੰ ਤਮਾਮ ਉਦਾਹਰਨਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਆਓ ਅੱਜ ਦੀ ਪਾਵਨ ਗੁਰੂ ਸ਼ਬਦ ਵਿਚਾਰ ਨਾਲ ਜੁੜੀਏ। ਇਸ ਤੋਂ ਪਹਿਲਾਂ ਆਪਾਂ ਸ਼ਬਦ ਦੀ ਵਿਚਾਰ ਸ਼ੁਰੂ ਕਰੀਏ, ਮੈਂ ਤਮਾਮ ਸਰੋਤਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਸਮੁੱਚੀ ਗੁਰੂ ਦੀ ਪਿਆਰ ਵਾਲੀ ਸੰਗਤ ਨੂੰ ਵਾਸਤਾ ਜੇ ਹੱਥ ਜੋੜ ਕੇ ਬੇਨਤੀ ਹੈ, ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਜਿੰਨੇ ਵੀ ਤੁਸੀਂ ਸ਼ੇਅਰ ਕਰੋਗੇ ਗੁਰਬਾਣੀ ਦਾ ਵੱਧ ਤੋਂ ਵੱਧ ਪ੍ਰਚਾਰ ਹੋਵੇਗਾ, ਪ੍ਰਸਾਰ ਹੋਵੇਗਾ। ਆ ਫੇਸਬੁੱਕ ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ, ਵਟਸਐਪ ਮਾਧਿਅਮ ਦੇ ਰਾਹੀਂ ਅੱਜ ਦੀ ਟੈਕਨੋਲੋਜੀ ਨੂੰ ਵਰਤਣ ਦਾ ਮਤਲਬ ਇਹੀ ਹੈ ਕਿ ਸਾਡੀ ਗੁਰੂ ਦੀ ਗੱਲ ਘਰ ਘਰ ਤੱਕ ਪਹੁੰਚ ਸਕੇ। ਸਤਿਗੁਰੂ ਗੁਰੂ ਸ਼ਬਦ ਦੀ ਵਿਚਾਰ ਹਰ ਇੱਕ ਮਨੁੱਖ ਦੇ ਕੋਲ ਪਹੁੰਚ ਸਕੇ। ਸੋ ਹੱਥ ਜੋੜ ਕੇ ਬੇਨਤੀ ਹੈ, ਮੈਂ ਆਪਣਾ ਫਰਜ਼ ਨਿਭਾ ਰਿਹਾ, ਮੇਰੇ ਵੀਰੋ ਤੁਸੀਂ ਆਪਣਾ ਫਰਜ਼ ਸਮਝੋ। ਹੱਥ ਜੋੜ ਕੇ ਨਿਮਰਤਾ ਸਹਿਤ ਅਤ ਸਤਿਕਾਰ ਦੇ ਨਾਲ ਫਿਰ ਇੱਕ ਵਾਰੀ ਬੇਨਤੀ ਕਰਦਾ, ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ, ਭਾਵੇਂ ਵਟਸਐਪ ਦੇ ਵਿੱਚ ਤੇ ਭਾਵੇਂ ਫੇਸਬੁੱਕ ਦੇ ਉੱਪਰ। ਸੋ ਆਓ ਅੱਜ ਦੇ ਪਾਵਨ ਗੁਰੂ ਸ਼ਬਦ ਦੀਆਂ ਪੰਕਤੀਆਂ ਰਹਾਉ ਦੀਆਂ ਸਭ ਤੋਂ ਪਹਿਲਾਂ ਵਿਚਾਰੀਏ। ਸਾਹਿਬ ਜੀ ਰਹਾਉ ਦੇ ਬੰਦ ਵਿੱਚ ਕਿਰਪਾ ਕਰ ਰਹੇ ਨੇ, ਬਾਬਾ ਮਾਇਆ ਭਰਮ ਭੁਲਾਏ। ਬਾਬਾ ਸੰਬੋਧਨ ਕੀਤਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬਹੁਤਾਤ ਸ਼ਬਦਾਂ ਦੇ ਵਿੱਚ ਬਾਬੇ ਦੇ ਨਾਲ ਸੰਬੋਧਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਇਹੋ ਜਿਹੇ ਬੜੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ। ਬਾਬਾ ਸ਼ਬਦ ਬੜੇ ਸਤਿਕਾਰ ਦੇ ਨਾਲ, ਬੜੇ ਪਿਆਰ ਦੇ ਨਾਲ ਸੰਬੋਧਨ ਕਰਨ ਵਾਸਤੇ ਆ। ਅੱਜ ਵੱਖਰੀ ਗੱਲ ਹੈ ਕਿ ਸਾਡਾ ਜਿਹੜਾ ਤਕੀਆ ਕਲਾਮ ਹੈ ਨਾ, ਜਿਹੜੇ ਗੁਰੂ ਦੇ ਸਿੱਖ ਨੇ ਖੂਬ ਦਾੜਾ ਪ੍ਰਕਾਸ਼ਿਆ ਹੈ ਤੇ ਸਾਡੇ ਵਰਗੇ ਦੇ ਮੁੱਚੋਂ ਬਾਬਾ, ਉਹ ਭਾਈ ਕਿੱਥੇ ਚੱਲਿਆ ਹੋਏ, ਅਸੀਂ ਉਹਨੂੰ ਬਾਬਾ ਕਹਿ ਕੇ ਸੰਬੋਧਨ ਕਰਦੇ ਹਾਂ। ਅਸੀਂ ਉਸ ਸ਼ਬਦ ਦਾ ਸਤਿਕਾਰ ਨਹੀਂ ਸਮਝ ਸਕੇ। ਬਾਬਾ ਬਹੁਤ ਸਤਿਕਾਰਮਈ ਸ਼ਬਦ ਹੈ, ਬੜਾ ਸਮਝਦਾਰੀ ਵਾਲਾ ਸ਼ਬਦ ਹੈ, ਬੜਾ ਪਿਆਰ ਦੇ ਨਾਲ ਸੰਬੋਧਨ ਕਰਨ ਵਾਲਾ ਸ਼ਬਦ ਹੈ, ਜਿਹਦੇ ਵਿੱਚ ਬੜਾ ਪਿਆਰ ਤੇ ਬੜਾ ਸਤਿਕਾਰ ਝਲਕਦਾ ਹੈ। ਪਰ ਅੱਜ ਅਸੀਂ ਉਸ ਸ਼ਬਦ ਨੂੰ ਕਿਸੇ ਦਾ ਮਖੌਲ ਉਡਾਉਣ ਵਾਸਤੇ ਵਰਤ ਰਹੇ ਹਾਂ, ਜੋ ਕਿ ਹਰਗਿਜ਼ ਨਹੀਂ ਚਾਹੀਦਾ। ਸਾਹਿਬ ਕਹਿੰਦੇ ਬਾਬਾ ਮਾਇਆ ਭਰਮ ਭੁਲਾਏ। ਕਹਿੰਦੇ ਹੇ ਭਾਈ, ਇਹ ਮਾਇਆ ਜੀਵਾਂ ਨੂੰ ਭੁਲੇਖੇ ਵਿੱਚ ਪਾ ਕੇ ਕੁਰਾਹੇ ਪਾ ਦਿੰਦੀ ਹੈ। ਭਰਮ ਦਾ ਅਰਥ ਹੈ ਭਟਕਣਾ ਦੇ ਵਿੱਚ, ਭੁਲੇਖੇ ਦੇ ਵਿੱਚ ਭੁਲਾਏ ਦਾ ਅਰਥ ਹੈ ਭੁਲਾ ਦਿੰਦੀ ਹੈ, ਭਾਵ ਮਨੁੱਖ ਭੁੱਲ ਜਾਂਦਾ ਹੈ। ਇਹ ਮਾਇਆ ਦਾ ਐਸਾ ਜ਼ੋਰ ਹੈ, ਮਾਇਆ ਦੀ ਐਸੀ ਤਾਕਤ ਹੈ ਕਿ ਮਾਇਆ ਦੇ ਛਲਾਵੇ ਵਿੱਚ ਮਨੁੱਖ ਬਦੋ ਬਦੀ ਵਸਦਾ ਜਾਂਦਾ ਹੈ, ਫਸਦਾ ਜਾਂਦਾ ਹੈ। ਤੋ ਸਾਰੀ ਜ਼ਿੰਦਗੀ ਮਨੁੱਖ ਇਸ ਮਾਇਆ ਨੂੰ ਸਦੀਵੀ ਸਮਝ ਬੈਂਦਾ ਹੈ। ਇਹ ਜੋ ਕੁਝ ਸੰਸਾਰ ਦੇ ਵਿੱਚ ਦੇਖ ਰਿਹਾ ਹੈ,
सतगुरु कहते इस दी भी सच नहीं है, वो माया है, छलावा है, झूठ है। ते सारी जिंदगी मनुख माया भरम भुलाए, सारी जिंदगी इस माया के भुलेखे विच पै के अपने जीवन नूं गलत रस्ते ते तोर रहा है, विकारां दे रस्ते नूं चुन के बैठा है। तो जदों विकारां दे रस्ते नूं चुनेगा, माया का दीवाना बनेगा, माया का गुलाम बनेगा, ज़ाहिरा तौर पर अवगुण इहदे जीवन च आउणगे। ते अवगुणां दी भरमार है। क्षमा करना, तुसीं कदी नहीं वेख्या होना किसी नूं इह सिखाउण वास्ते क्लासां लगियां होण भी तू झूठ किवें बोलना है, तू क्रोध किवें करना है, तू लालच किवें करना है। इहदियां क्लासां तो नहीं ना लगदियां। हाँ, ये जरूर मनुख नूं सिखाया जांदा, भाई सच बोलिया कर। बड़ियां वड्डियां वड्डियां जिहड़ियां ने वो लाइयां जांदियां ने क्लासां कि मनुख नूं सच बोलना आ जावे। हर एक धर्म का प्रचार का मुख मंतव की है, मनुख के अंदर सच आ जावे। वखरी गल है कि अज कहण वालियां दे जीवन विच भी सच नहीं है, पर प्रचार ते प्रसार ते इसे करके किया जाता ना कि सच्चाई मनुख के जीवन च आवे, मनुख के अंदर एक सच घर करे, मनुख झूठ का रस्ता छड्ड दवे। बार बार हर एक धर्म भावें वो किसी भी रूप दे विच है, हर एक का मुख निशाना यह है कि मनुख नूं माया के छलावे चों बाहर कढ के, विकारां दी दलदल विचों बाहर कढ के एक सुथरा साफ ते निर्मल जीवन जीउण दी ताकीद कीती जावे। पर मनुख बदो बदी इस माया के भरम दे विच पिया है, बचपन तो पिया है। जिदण तो इहदा जन्म होया है, उदण तो पहले प्यार लगा धन दुध, दूजे माए बाप की सुध। क्षमा करना, तीजे भैया भाभी बेब, चौथे प्यार उपन्नी खेड, पंजवें खाण पीण की धात, छेवें काम न पुछे जात, सतवें संझ किया करवास, अठवें क्रोध हुआ तरनाश, नौवें धौले उब्बे साह, दसवां दद्दा हुआ सुवा। सारी जिंदगी इहदे विच ही लंघदी है मनुख दी। तो सब कहंदे बाबा माया भरम भुलाए। हे मेरे वीर, हे मेरे भरा, ये माया तेनू भुलेखे विच पा के कुराए पा रही है। तू गुरु की मत नूं छड्ड के इस माया की गल सुन रहे हैं। माया हर एक वो चीज़ है जिहदे नाल प्यार पैण ते परमात्मा भुल जावे। केवल माया धन जां दौलत जां पैसे नहीं, हर एक चीज़ वो माया। साहिबां ने एक बड़ा प्यारा बचन कहा, माया किसनू आखी है। परिभाषा दी, कहते माया किनू कहा जाता है, किहदी रूप है माया की, परिभाषा की है। माया किसनू आखी है, क्या माया कर्म कमाए। ते माया दियां किहड़ियां निशानियां ने, कितों पता लगे कि मनुख माया दे अधीन हो गया है। तो सब कहते दुख सुख यह जियो बंद है, हौमे कर्म कमाए। कहते जदों मनुख का जीवन दे विच हंकार आ जाए, आम करके मनुख नूं पता लग जाता है। कई बार तुसीं ख्याल करना, आम तुसीं अपनी नॉर्मल लैंगुएज विच तुसीं दुनिया नूं ये गल कहंदे सुने होंगे भी पहलां बड़ा ये चंगा हुंदा सी, जिद्दण दे 4 पैसे आए ने उदण दा बंदा ही नहीं समझदा किसी नूं, क्योंकि हंकार दा बोला हो गया, माया दे छलावे विच पै गया। क्या माया कर्म कमाए। माया की निशानी की है, दुख, जीवन दुखां दे विच लंघण लग पवे। दुख सुख ए जियो बंद है। आत्मा जिहड़ी है ना, वो दुखां दे सुखां दे घेरे विच आ जावे। दुख मिले ते ताहां मारन लग पवे, रोण लग पवे, सुख आवे ते भंगड़े पाउण लग पवे, जिहड़ा इहदे बंधनां विच बज गया। दुख सुख ए जियो बंद है ते नाल की करे, हौमे कर्म कमाए। ते नाल जीवन विच ईगो आ जावे, मैं मेरी आ जावे, हर वक्त हंकार भरपूर जीवन होवे। तो सब कहते समझ लेना कि ऐसा मनुख के सिम्पटम्स ने कि ऐसा मनुख माया के रूप च है। तो ऐसे मनुख को फिर तुसी किन्नी भी चंगियाई मत दो, उन्होंने नहीं सुननी, क्योंकि सब कहते माया धारी अत अन्ना। अत शब्द वरत्या है, अत मीनस बहुत ज़्यादा। अन्ना का अर्थ है जिन्हों नज़र ही ना को जाए, एन डार्क जिहदियां निगाह बन जाण, डार्कनैस जिहदे अगे आ जाए, जिन्हों नज़र ही कुछ ना आवे। सब कहते माया की रंग दे विच रंगिया होया जिहड़ा मनुख है ना, वो नंबर 1 ते की होवेगा, अन्ना होवेगा। उन्होंने अन्ने प्रेम दे विच पिया होवेगा, उन्होंने कुछ सच नज़र नहीं आवेगा। माया धारी अत अन्ना, नाल नंबर 2 ते बोला होवेगा, उन्होंने कुछ सुनेगा भी नहीं। अन्ना बोला शब्द ना सुनै
ਤੁਸੀਂ ਉਹਨੂੰ ਲੱਖ ਗੁਰਮਤਿ ਦੀਆਂ ਗੱਲਾਂ ਸਮਝਾਓ, ਰੋਜ਼ਾਨਾ ਭਾਵੇਂ ਉਹਦੇ ਲਾਗੇ ਗੁਰਬਾਣੀ ਦਾ ਕੀਰਤਨ ਕਰੋ, ਰੋਜ਼ਾਨਾ ਉਹਨੂੰ ਗੁਰੂ ਸ਼ਬਦ ਦੀ ਵਿਚਾਰ ਸਮਝਾਓ। ਸ਼ਬਦ ਨਾ ਸੁਣੈ, ਉਹਨੂੰ ਸ਼ਬਦ ਨਾਲ ਕੋਈ ਲੈਣਾ ਦੇਣਾ ਨਹੀਂ, ਉਹਨੂੰ ਕੋਈ ਲੈਣਾ ਦੇਣਾ ਨਹੀਂ ਗੁਰੂ ਦੀ ਮੱਤ ਨਾਲ। ਸ਼ਬਦ ਨਾ ਸੁਣੈ ਬਹੁ ਰੋਲ ਘਚੋਲਾ, ਉਹਦੇ ਜੀਵਨ ਦੇ ਵਿੱਚ ਸਿਰਫ ਵਿਕਾਰਾਂ ਦਾ ਰੌਲਾ ਹੋਵੇਗਾ ਤੇ ਉਹ ਆਪਣੇ ਹੀ ਬਣਾਏ ਹੋਏ ਮਾਇਆ ਦੇ ਘਚੋਲੇ ਵਿੱਚ ਫਸਦਾ ਜਾਵੇਗਾ। ਕਿੰਨੀ ਹਕੀਕੀ ਸੱਚ ਗੁਰੂ ਸਾਹਿਬ ਜੀ ਕਹਿ ਰਹੇ। ਤੇ 100% ਇਹ ਜ਼ਿੰਦਗੀ ਹੈ ਮਾਇਆ ਦੇ ਵਿੱਚ ਲੀਨ ਮਨੁੱਖ ਦੀ। ਅੱਜ ਗੁਰਦੁਆਰਿਆਂ ਦੇ ਵਿੱਚ ਅਹੰਕਾਰ ਦਾ ਪ੍ਰਗਟਾਵਾ ਹੈ, ਹਉਮੈ ਦਾ ਪ੍ਰਗਟਾਵਾ ਹੈ। ਤੁਸੀਂ ਦੇਖ ਲਓ ਗੁਰਦੁਆਰਿਆਂ ਵਿੱਚ ਜਾ ਕੇ ਮਨ ਦੀ ਸ਼ਾਂਤੀ ਮਿਲਦੀ ਹੈ ਤੁਹਾਨੂੰ? ਜੇ ਮਨ ਦੀ ਸ਼ਾਂਤੀ ਨਹੀਂ ਮਿਲ ਰਹੀ, ਜੇ ਪ੍ਰੇਮ ਦੀ ਗੱਲ ਨਹੀਂ ਹੋ ਰਹੀ, ਜੇ ਗੁਰੂ ਦੇ ਘਰ ਤੋਂ ਏਕਤਾ ਦੀ ਗੱਲ ਨਹੀਂ ਚੱਲ ਰਹੀ, ਜੇ ਗੁਰੂ ਦੇ ਘਰ ਦੇ ਵਿੱਚੋਂ ਮਨੁੱਖਤਾ ਦੀ ਬਾਤ ਨਹੀਂ ਚੱਲ ਰਹੀ, ਜੇ ਗੁਰੂ ਦੇ ਘਰ ਤੋਂ ਪਿਆਰ ਨਹੀਂ ਸਿਖਾਇਆ ਜਾ ਰਿਹਾ, ਉੱਥੋਂ ਨਫ਼ਰਤ ਮਿਲ ਰਹੀ ਹੈ, ਮਨੁੱਖ ਵੰਡੀਆਂ ਵਿੱਚ ਵੰਡਿਆ ਜਾ ਰਿਹਾ ਹੈ, ਸੰਪਰਦਾਵਾਂ ਦੇ ਵਿੱਚ ਵੰਡਿਆ ਜਾ ਰਿਹਾ, ਜਥੇਬੰਦੀਆਂ 'ਚ ਵੰਡਿਆ ਜਾ ਰਿਹਾ, ਜਾਤਾਂ ਪਾਤਾਂ ਵਿੱਚ ਵੰਡਿਆ ਜਾ ਰਿਹਾ, ਫਿਰ ਇਹਦਾ ਮਤਲਬ ਕਿ ਅਸੀਂ ਗੁਰੂ ਨੂੰ ਪਿੱਛੇ ਕਰਕੇ ਆਪਣਾ ਬੋਲਬਾਲਾ ਬੁਲਾ ਲਿਆ। ਉਹ ਤੋਂ ਸੱਚ ਨਜ਼ਰ ਨਹੀਂ ਆ ਰਿਹਾ, ਉਹ ਤੋਂ ਪ੍ਰੇਮ ਨਜ਼ਰ ਨਹੀਂ ਆ ਰਿਹਾ, ਕਿਉਂਕਿ ਉੱਥੇ ਕੇਵਲ ਕੀ ਹੈ? ਮਾਇਆ ਦਾ ਬੋਲਾ ਹੈ, ਮਾਇਆ ਦਾ ਭਰਮ ਹੈ। ਐਸਾ ਮਨੁੱਖ ਗੁਰੂ ਸ਼ਬਦ ਨੂੰ ਵੀ ਆਪਣੇ ਵਾਸਤੇ ਵਰਤ ਰਿਹਾ, ਵਪਾਰ ਬਣਾ ਦਿੱਤਾ ਹੈ, ਧੰਦਾ ਬਣਾ ਦਿੱਤਾ ਹੈ। ਗੁਰੂ ਸ਼ਬਦ, ਗੁਰੂ ਦੀ ਬਾਣੀ, ਗੁਰੂ ਦਾ ਵਿਚਾਰ, ਗੁਰੂ ਦਾ ਕੀਰਤਨ, ਗੁਰੂ ਦਾ ਬਾਣੀ ਦਾ ਸਬਜੈਕਟ ਮਨੁੱਖ ਦੀ ਜੀਵਨ ਦੀ ਘਾਟ ਘੜਨ ਵਾਸਤੇ ਸੀ, ਅਸੀਂ ਧੰਦਾ ਵਪਾਰ ਬਣਾ ਦਿੱਤਾ ਹੈ। ਬਾਬਾ ਮਾਇਆ ਭਰਮ ਭੁਲਾਏ, ਸਤਿਗੁਰੂ ਕਹਿੰਦੇ ਇਹ ਨਿਸ਼ਾਨੀਆਂ ਨੇ, ਇਹ ਨਿਸ਼ਾਨੀਆਂ ਨੇ ਮਾਇਆ ਦੇ ਭਟਕਣਾ ਵਿੱਚ ਪੈਣ ਦੀਆਂ। ਮਨੁੱਖ ਜਦੋਂ ਮਾਇਆ ਦੇ ਘੇਰੇ ਵਿੱਚ ਆਉਂਦਾ ਹੈ, ਭਰਮ ਜਾਂਦਾ ਹੈ। ਇਹ ਐਸਾ ਜਾਲ ਆ, ਵੱਡੇ ਵੱਡੇ ਭਰਮ ਗਏ। ਭਾਈ ਗੁਰਦਾਸ ਜੀ ਨੇ ਇੱਕ ਵਾਰ ਦੇ ਵਿੱਚ ਇੱਕ ਪੌੜੀ ਲਿਖੀ ਬੜੀ ਪਿਆਰੀ। ਕਹਿੰਦੇ ਮਾਇਆ ਦਾ ਸੁਭਾਅ ਕੀ ਹੈ? ਕਹਿੰਦੇ ਮਾਇਆ ਐਸੀ ਹੈ, ਮਾਖੀ ਤੂੰ ਰਾਮ ਕੀ ਮਾਖੀ, ਜਹਾਂ ਦੁਰਗੰਧ ਤਹਾਂ ਤੂੰ ਬੈਸੈ, ਮਾਂ ਵਿਖਿਆ ਸਦ ਚਾਖੀ। ਸਤਿਗੁਰੂ ਸਾਹਿਬ ਕਹਿੰਦੇ ਇਹ ਮਾਇਆ ਉਹ ਮੱਖੀ ਹੈ ਜਿਹੜੀ ਗੰਦਗੀ ਤੇ ਹੀ ਬਹੂਗੀ। ਜਿਹੜਾ ਮਨੁੱਖ ਮਾਇਆ ਵਿੱਚ ਲੀਨ ਆ ਨਾ, ਉਹਦੇ ਅੰਦਰ ਸੱਚ ਦੀ ਵਿਚਾਰ ਜਦੋਂ ਉਹਦੇ ਅੰਦਰ ਜਾਵੇਗੀ ਨਾ, ਉਹਦੇ ਵਾਸਤੇ ਐਵੇਂ ਜਿਵੇਂ ਕਿਸੇ ਬਿੱਛੂ ਨੇ ਡਸ ਲਿਆ ਹੋਵੇ। ਉਹ ਸੱਚ ਦੀ ਵਿਚਾਰ ਸੁਣ ਹੀ ਨਹੀਂ ਸਕੇਗਾ। ਹਮੇਸ਼ਾ ਹੀ ਉਹਦੇ ਕੰਨ ਬੁਰਿਆਈ ਸੁਣਨਗੇ, ਉਹਦੀ ਉਸਤਤ ਸੁਣਨਗੇ, ਉਹਦੀ ਹਉਮੈ ਨੂੰ ਜਿਹੜਾ ਪੱਠੇ ਪਾਵੇਗਾ ਉਹ ਉਹਦੇ ਵਾਸਤੇ ਰੱਬ ਆ। ਸਾਹਿਬ ਕਹਿੰਦੇ ਕੀ ਹੋ ਰਿਹਾ ਹੈ? ਜਹਾਂ ਦੁਰਗੰਧ, ਮੱਖੀ ਦਾ ਸੁਭਾਅ ਕੀ ਹੈ? ਉਹਨੇ ਗੰਦਗੀ ਤੇ ਜਾ ਕੇ ਬੈਠ, ਤਹਾਂ ਤੂੰ ਬੈਸੈ, ਉੱਥੇ ਜਾ ਕੇ ਤੂੰ ਵੀ ਬਹਿਣਾ ਹੈ। ਜਿਵੇਂ ਮੱਖੀ ਮਾਇਆ ਦੁਰਗੰਧ ਤੇ ਬਹਿੰਦੀ ਹੈ, ਇਵੇਂ ਤੂੰ ਮਾਇਆ ਦੇ ਵਿੱਚ ਲੀਨ ਹੋ ਕੇ ਗੰਦਗੀ ਉੱਤੇ ਬਹਿ ਰਿਹਾ, ਗੰਦਗੀ ਦੇ ਉੱਤੇ ਬਹਿ ਰਿਹਾ, ਤੇਰੀ ਜ਼ਿੰਦਗੀ ਬਰਬਾਦ ਹੋ ਰਹੀ ਹੈ। ਤੋ ਸਾਹਿਬ ਕਹਿੰਦੇ ਇਹ ਭਟਕਣਾ ਦੀ ਨਿਸ਼ਾਨੀ ਹੈ, ਇਹ ਭਰਮ ਦੀ ਨਿਸ਼ਾਨੀ ਹੈ। ਜਦੋਂ ਜੀਵਨ ਦੇ ਵਿੱਚ ਬਿਲਕੁਲ ਸਹੀ ਨਿਸ਼ਾਨਾ ਜੀਵਨ ਦਾ ਨਜ਼ਰ ਨਾ ਆਵੇ, ਮਨੁੱਖ ਦੀ ਜ਼ਿੰਦਗੀ ਦੀ ਚਾਲ ਬਦਲ ਜਾਵੇ, ਮਨੁੱਖ ਦਾ ਸੁਭਾਅ ਬਦਲ ਜਾਵੇ, ਮਨੁੱਖ ਦੇ ਖਿਆਲ ਬਦਲ ਜਾਣ, ਤੋ ਸਾਹਿਬ ਕਹਿੰਦੇ, ਗੁਰੂ ਅਮਰਦਾਸ ਸਾਹਿਬ ਜੀ ਬਾਣੀ ਦੇ ਵਿੱਚ ਇੱਕ ਬੜਾ ਪਿਆਰਾ ਬਚਨ ਕਹਿੰਦੇ ਆਨੰਦ ਸਾਹਿਬ ਦੇ ਵਿੱਚ, ਕਹਿੰਦੇ ਕਿਸ ਤਰੀਕੇ ਦਾ ਅਸਰ ਹੈ ਮਨੁੱਖ ਤੇ, ਮਨੁੱਖ ਦੀ ਜ਼ਿੰਦਗੀ ਕਿਵੇਂ ਬਰਬਾਦ ਹੋ ਰਹੀ ਹੈ। ਕਹਿੰਦੇ ਮਨੁੱਖ ਆਪਣੀ ਜ਼ਿੰਦਗੀ ਨੂੰ ਇਸ ਮਾਇਆ ਦੇ ਜ਼ਹਿਰ ਦੇ ਵਿੱਚ ਇੰਨਾ ਲੀਨ ਕਰ ਬੈਠਾ ਹੈ ਕਿ ਇਹਨੂੰ ਅੰਮ੍ਰਿਤ ਦੀ ਪੁਕਾਰ, ਅੰਮ੍ਰਿਤ ਦਾ ਸੰਗੀਤ, ਅੰਮ੍ਰਿਤ ਦੀ ਬਾਣੀ ਇਹਨੂੰ ਚੰਗੀ ਨਹੀਂ ਲੱਗਦੀ। ਤੋ ਜ਼ਿੰਦਗੀ ਕਿੱਥੇ ਭਟਕ ਰਹੀ ਹੈ? ਗੁਰੂ ਸਾਹਿਬ ਕਹਿੰਦੇ ਭਰਮ ਭੁੱਲੀ ਡੋਹਾਗਣੀ, ਨਾ ਫਿਰ ਅੰਕ ਸਮਾਏ। ਡੋਹਾਗਣੀ ਦਾ ਅਰਥ ਹੈ ਮੰਦੇ ਭਾਗਾਂ ਵਾਲੀ, ਮੰਦੇ ਕੰਮਾਂ ਵਾਲੀ, ਜੋ ਮੰਦੇ ਕਰਮਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਵਾਲੀ ਜੀਵ ਇਸਤਰੀ। ਭੁੱਲੀ ਦਾ ਅਰਥ ਹੈ ਭਟਕੀ ਹੋਈ। ਡੋਹਾਗਣੀ, ਨਾ ਫਿਰ ਅੰਕ ਸਮਾਏ। ਪਿਰ ਦਾ ਅਰਥ ਹੈ ਪਤੀ ਦੀ ਗਲਵੱਕੜੀ ਵਿੱਚ, ਅੰਕ ਦਾ ਅਰਥ ਹੈ ਗਲਵੱਕੜੀ। ਪਤੀ ਪ੍ਰਮਾਤਮਾ ਦੀ ਗਲਵੱਕੜੀ ਦਾ ਆਨੰਦ ਨਹੀਂ ਲੈ ਪਾਉਂਦੀ। ਸਮੁੱਚੀ ਪੰਕਤੀ ਦੇ ਅਰਥ ਨੇ, ਸਾਹਿਬ ਕਹਿੰਦੇ ਜਿਹੜੀ ਮਾਇਆ ਦੇ ਭਰਮ ਦੇ ਵਿੱਚ ਲੀਨ ਹੋ ਗਈ ਜੀਵ ਇਸਤਰੀ, ਜਿਸ ਨੇ ਮਾਇਆ ਨੂੰ ਪ੍ਰੈਫਰੈਂਸ ਦੇ ਦਿੱਤੀ, ਪਦਾਰਥਾਂ ਨੂੰ ਪ੍ਰੈਫਰੈਂਸ ਦੇ ਦਿੱਤੀ, ਸਾਰੀ ਜ਼ਿੰਦਗੀ ਮਾਇਆ ਦੇ ਗੁਲਾਮ ਕਰ ਲਈ। ਗੁਰਬਾਣੀ ਬਾਰ-ਬਾਰ ਮਨੁੱਖ ਦੇ ਜ਼ਮੀਰ, ਮਨੁੱਖ ਦੀ ਸੋਚ, ਮਨੁੱਖ ਦੀਆਂ ਵਿਚਾਰਾਂ ਨੂੰ ਨਿਰਮਲ ਕਰਦੀ ਜੇ। ਜਿਹੜਾ ਮਨੁੱਖ ਪੈਸੇ ਤੇ ਡੁੱਲ ਜਾਵੇ, ਕੁਰਸੀਆਂ ਤੇ ਡੁੱਲ ਜਾਵੇ, ਵਿਕਾਰਾਂ ਦੀ ਜ਼ਿੰਦਗੀ ਹੈ ਉਹਦੀ, ਉਹ ਮਨੁੱਖ ਮਾਇਆ ਵਿੱਚ ਲੀਨ ਹੈ। ਬਹੁਤਾਤ ਆਪਣੇ ਆਲੇ ਦੁਆਲੇ ਜ਼ਿੰਦਗੀ ਅੱਜ ਸਿੱਖੀ ਦੀ ਜੀਵ ਕੇ ਦੇਖ ਲਓ। ਇੱਕ ਉਹ ਸਮਾਂ ਸੀ ਜਦੋਂ ਸਿੱਖਾਂ ਨੂੰ ਆ ਕੇ ਖੁਦ ਨਵਾਬੀਆਂ ਦਿੱਤੀਆਂ ਜਾਂਦੀਆਂ ਸੀ ਤੇ ਸਿੱਖ ਕਹਿੰਦੇ ਸੀ ਹਮ ਰਾਖਤ ਪਾਤਸ਼ਾਹੀ ਦਾ ਵਾ,
ਅਸੀਂ ਆ ਤੁਹਾਡੀਆਂ ਦਿੱਤੀਆਂ ਹੋਈਆਂ ਨਵਾਬੀਆਂ ਨਹੀਂ ਸਾਨੂੰ ਚਾਹੀਦੀਆਂ, ਸਾਡੇ ਗੁਰੂ ਨੇ ਸਾਨੂੰ ਦੇਣੀਆਂ ਨੇ। ਕਦੀ ਵਿਕਾਊ ਨਹੀਂ ਸਨ, ਕਦੀ ਵਿਕਦੇ ਨਹੀਂ ਸਨ। ਅੱਜ ਤੇ ਸਿੱਖ ਪੱਗਾਂ ਦਸਤਾਰਧਾਰੀ ਤੇ ਹੈ, ਪਰ ਮੱਤ ਵਿਕੀ ਹੋਈ ਹੈ। ਅੱਜ ਅੰਦਰੋਂ ਪਹਿਲਾਂ ਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਨਾ, ਸਿੱਖਾਂ ਦੇ ਸਿਰ ਖਰੀਦੇ ਜਾਂਦੇ ਸਨ, ਅੱਜ ਵੀ ਸਿਰ ਖਰੀਦੇ ਜਾਂਦੇ ਨੇ। ਅੱਜ ਵੱਖਰੀ ਗੱਲ ਆ ਕਿ ਉਹ ਅਣਖੀਲੇ ਸਿੱਖ ਆਪਣਾ ਸਿਰ ਵਾਰ ਦਿੰਦੇ ਹੁੰਦੇ ਸਨ, ਅੱਜ ਸਿੱਖਾਂ ਨੇ ਸਿਰ ਤੇ ਰੱਖ ਲਏ ਨੇ। ਪੱਗਾਂ ਵੀ ਸੋਹਣੀਆਂ ਬੰਨ ਲਈਆਂ ਨੇ, ਪਰ ਵਿੱਚ ਬੈਠੀ ਮੱਤ ਵੇਚ ਦਿੱਤੀ ਹੈ, ਮੱਤ ਗੁਲਾਮ ਕਰ ਦਿੱਤੀ ਹੈ। ਹੁਣ ਸਿਰ ਤੇ ਵਿਕੇ ਹੋਏ ਨੇ। ਕਿਸੇ ਨੇ ਕੁਰਸੀ ਵਾਸਤੇ ਸਿਰ ਵੇਚਿਆ, ਕਿਸੇ ਨੇ ਕਿਸੇ ਵਾਸਤੇ, ਕਿਸੇ ਨੇ ਚੰਦ ਕੁ ਲਿਫਾਫਿਆਂ ਵਾਸਤੇ ਵੇਚ ਦਿੱਤਾ ਹੈ, ਕਿਸੇ ਨੇ ਚੰਦ ਕੁ ਲੋਕਾਂ ਨੂੰ ਖੁਸ਼ ਕਰਨ ਵਾਸਤੇ ਵੇਚ ਦਿੱਤਾ ਹੈ। ਹੁਣ ਹੈ ਤੇ ਸਿਰ ਵਿਕਿਆ ਹੋਇਆ ਹੈ। ਇਹ ਸਿਰ ਕਿਹਨਾਂ ਦੇ ਵਿਕੇ ਨੇ? ਜਿਨ੍ਹਾਂ ਦੇ ਸਿਰਾਂ ਦੇ ਵਿੱਚ ਮਾਇਆ ਦਾ ਪ੍ਰਭਾਵ ਹੈ, ਚੰਦ ਕੁ ਰੁਪਈਆਂ ਦਾ ਪ੍ਰਭਾਵ ਹੈ, ਕੁਰਸੀਆਂ ਦਾ ਪ੍ਰਭਾਵ ਹੈ, ਜਥੇਦਾਰੀਆਂ ਦਾ ਪ੍ਰਭਾਵ ਹੈ, ਉਹ ਵਿਕੇ ਨੇ। ਗੁਰੂ ਨਾਨਕ ਦੇ ਘਰ ਵਿੱਚ ਇੱਕ ਗਰੀਬ ਘਾਈ ਨੂੰ ਖਰੀਦ ਨਹੀਂ ਸਕਿਆ ਜਹਾਂਗੀਰ। ਗਰੀਬ ਘਾਈ ਕਿ ਉਹਦੇ ਇੱਕ ਟਕੇ ਦਾ ਮੁੱਲ ਨਹੀਂ ਪਾ ਸਕਿਆ। ਜਹਾਂਗੀਰ ਦੇ ਸਾਹਮਣੇ ਜਦੋਂ ਇੱਕ ਟਕਾ, ਗਰੀਬ ਘਾਈ ਦੀ ਕੈਸੀ ਦ੍ਰਿੜਤਾ ਹੋਵੇਗੀ, ਬੜੀ ਪ੍ਰਚਲਿਤ ਸਾਖੀ ਹੈ। ਜ਼ਿੰਦਗੀ ਜਦੋਂ ਗੁਰਮਤ ਦੇ ਨਾਲ ਜੁੜਦੀ ਆ ਨਾ, ਮਨੁੱਖ ਦੇ ਅੰਦਰ ਅਣਖ ਆ ਜਾਂਦੀ ਹੈ, ਜ਼ਮੀਰ ਉੱਚਾ ਹੋ ਜਾਂਦਾ ਹੈ। ਤੋ ਸਾਹਿਬ ਕਹਿੰਦੇ ਭਰਮ ਭੁੱਲੀ ਡੋਹਾਗਣੀ, ਨਾ ਫਿਰ ਅੰਕ ਸਮਾਏ। ਕਹਿੰਦੇ ਜਿਹੜੀ ਜੀਵ ਇਸਤਰੀ ਮਾਇਆ ਦੇ ਭੁਲੇਖੇ ਵਿੱਚ ਹੈ ਤੇ ਜੀਵਨ ਉਹਨੇ ਕੁਰਾਹੇ ਪਾਇਆ ਹੋਇਆ ਹੈ, ਭਾਵ ਮਾੜੇ ਰਸਤੇ ਤੇ ਜੀਵਨ ਤੁਰ ਰਿਹਾ ਹੈ, ਉਹ ਕਦੇ ਵੀ ਪ੍ਰਮਾਤਮਾ ਰੂਪੀ ਪਤੀ ਦੇ ਚਰਨਾਂ ਦੇ ਵਿੱਚ ਲੀਨ ਨਹੀਂ ਹੋ ਸਕਦੀ। ਪ੍ਰਮਾਤਮਾ ਨਾਲ ਉਹਦਾ ਇੱਕ ਮਿਕਤਾ ਨਹੀਂ ਹੋ ਸਕਦੀ। ਰਹਾਓ, ਇਹ ਅੱਜ ਦਾ ਰਹਾਓ ਦਾ ਬੰਦ ਹੈ। ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਮਨ ਮੁਖ ਭੁੱਲੈ ਭੁਲਾਈ ਐ, ਭੁੱਲੀ ਠੌਰ ਨਾ ਕਾਏ। ਮਨ ਮੁਖ ਖੱਖੇ ਨੂੰ ਸਿਹਾਰੀ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤਰੀ। ਭੁੱਲੈ, ਭੁੱਲੇ ਦਾ ਅਰਥ ਹੈ ਜੋ ਰਸਤੇ ਤੋਂ ਖੁੰਝ ਗਈ, ਭਟਕ ਗਈ। ਭੁਲਾਈ ਹੈ ਜਿਹੜੀ ਭੁੱਲ ਬਿਲਕੁਲ ਚੁੱਕੀ ਹੈ। ਭੁੱਲੀ ਠੌਰ ਨਾ ਕਾਏ। ਠੌਰ ਦਾ ਅਰਥ ਹੈ ਥਾਂ, ਸਹਾਰਾ। ਸਭ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜਿਹੜੀ ਜੀਵ ਇਸਤਰੀ ਆ ਨਾ, ਉਸਨੇ ਗੁਰੂ ਦੀ ਮੱਤ ਦੇ ਪਿੱਛੇ ਲੱਗ ਕੇ ਜੀਵਨ ਦਾ ਸਹੀ ਰਸਤਾ ਨਹੀਂ ਚੁਣਿਆ। ਉਹਨੇ ਆਪਣੀ ਮਨ ਦੀ ਮੱਤ ਪਿੱਛੇ ਲੱਗ ਕੇ ਉਸ ਸਤਿਗੁਰ ਦੇ ਦਿੱਤੇ ਹੋਏ ਰਸਤੇ ਤੋਂ ਭਟਕ ਗਈ ਹੈ, ਖੁੰਝ ਗਈ ਹੈ, ਤੇ ਮਾਇਆ ਦੇ ਛਲਾਵੇ ਨੇ ਉਸ ਨੂੰ ਗਲਤ ਰਸਤੇ ਤੇ ਤੋਰ ਦਿੱਤਾ, ਕੁਰਾਹੇ ਪਾ ਦਿੱਤਾ। ਤੇ ਐਸੀ ਰਸਤੇ ਤੋਂ ਖੁੰਝੀ ਹੋਈ ਨੂੰ ਸੱਚ ਜਾਣਿਓ, ਗੁਰੂ ਦੀ ਮੱਤ ਤੋਂ ਬਿਨਾਂ, ਗੁਰੂ ਦੇ ਸ਼ਬਦ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ ਕੋਈ ਥਾਂ ਨਹੀਂ ਲੱਭ ਸਕਦਾ। ਸਤਿਗੁਰ ਦੀ ਮੱਤ ਹੀ ਹੈ ਜਿਹੜੀ ਉਸ ਨੂੰ ਸਹੀ ਰਸਤਾ ਦਿਖਾਵੇ। ਤੁਸੀਂ ਕਦੀ ਖਿਆਲ ਕਰਨਾ, ਆਪਣੇ ਆਲੇ ਦੁਆਲੇ ਬੜੇ ਤੁਹਾਨੂੰ ਐਸੇ ਮਨੁੱਖ ਮਿਲਣਗੇ ਜਿਹੜੇ ਕਦੀ ਸ਼ਰਾਬ ਨੂੰ ਹੱਥ ਨਹੀਂ ਸੀ ਲਾਉਂਦੇ, ਅੱਜ ਸ਼ਰਾਬਾਂ ਦੇ ਦੌਰ ਵਿੱਚ ਮਗਨ ਹੋਏ ਨੇ। ਐਸਾ ਮਨੁੱਖ ਇੱਕ ਮੈਨੂੰ ਵੀ ਮਿਲਿਆ। ਪੁੱਛਿਆ ਕਿਉਂ ਇਤਨੀ ਪੀਨਾ ਹੈ? ਕਹਿੰਦਾ ਬਸ ਗਰੀਬੀ ਨੇ ਪੀਣ ਲਾ ਦਿੱਤਾ। ਮੈਂ ਕਿਹਾ ਕਾਹਦਾ? ਬੜਾ ਹੈਰਾਨ ਹੋਇਆ ਮੈਂ ਗੱਲ ਸੁਣ ਕੇ। ਕਹਿੰਦਾ ਜੀ ਮੈਨੂੰ ਨਿੱਤ ਇਹ ਪਰੇਸ਼ਾਨੀ ਹੁੰਦੀ ਸੀ ਕਿ ਮੇਰੇ ਬੱਚਿਆਂ ਦੀ ਫੀਸ ਕੌਣ ਉਤਾਰੇਗਾ, ਕੌਣ ਕਰੇਗਾ, ਤੇ ਮੈਂ ਉਸ ਚਿੰਤਾ ਤੋਂ ਬਚਣ ਵਾਸਤੇ ਮੈਂ ਸ਼ਰਾਬ ਦੇ ਨਾਲ ਜੁੜ ਗਿਆ। ਤੇ ਦੇਖੋ ਕੈਸੀ ਹੈਰਾਨੀ ਦੀ ਗੱਲ ਹੈ ਕਿ ਮਨੁੱਖ ਇੱਕ ਦੁੱਖ ਚੋਂ ਬਾਹਰ ਨਿਕਲਣ ਵਾਸਤੇ ਕਿਤਨਾ ਵੱਡਾ ਦੁੱਖ ਨਾਲ ਹੋਰ ਸਹਿੜ ਲੈਂਦਾ। ਤੇ ਮੈਂ ਇਹਨੂੰ ਕਿਹਾ ਤੂੰ ਬੱਚਿਆਂ ਦੀ ਫੀਸ ਦੇਣ ਤੋਂ ਬਾਅਦ ਮਨੁੱਖ ਦੀ ਜ਼ਿੰਦਗੀ ਜਿਹੜੀ ਜਿਸ ਨੇ ਸ਼ਰਾਬ ਦੇ ਵਿੱਚ ਲੀਨ ਕਰ ਲਈ ਹੈ, ਹੁਣ ਤੁਸੀਂ ਦੇਖ ਲਓ ਸ਼ਰਾਬ ਦੀਆਂ ਬੋਤਲਾਂ ਦਾ ਕਿਤਨਾ ਖਰਚਾ ਹੋਵੇਗਾ, ਕਿੰਨੇ ਸ਼ਰਾਬਾਂ ਦੇ ਦੌਰ ਵਿੱਚ ਮਨੁੱਖ ਪਿਆ ਹੋਵੇਗਾ। ਹੁਣ ਜਾ ਕੇ ਕਿਤੇ ਉਹਨੇ ਨਸ਼ਾ ਛੱਡਿਆ, ਨਸ਼ੇ ਛਡਾਊ ਕੇਂਦਰ ਤੋਂ। ਮੁਬਾਰਕ ਆ ਉਹ ਸਿੱਖ ਜਿਹਨੂੰ ਗੁਰਬਾਣੀ ਮਿਲੀ ਹੈ। ਜੀਵਨ ਦੇ ਵਿੱਚ ਇਹੋ ਜਿਹੇ ਬੜੀ ਵਾਰੀ ਮਾਰਗ ਆਉਂਦੇ ਨੇ ਜਿੱਥੇ ਮਨੁੱਖ ਦੇ ਵਾਸਤੇ ਸਹੀ ਰਸਤਾ ਚੁਣਨਾ ਪੈਂਦਾ ਹੈ ਜਾਂ ਮੁਸ਼ਕਲ ਹੋ ਜਾਂਦਾ ਹੈ। ਉੱਥੇ ਜੇ ਸਿੱਖ ਦੇ ਕੋਲ ਗੁਰਬਾਣੀ ਦਾ ਸਹਾਰਾ ਹੈ, ਜਿਹਦੇ ਕੋਲ ਗੁਰੂ ਦੀ ਮੱਤ ਦਾ ਸਹਾਰਾ ਹੈ, ਉਹ ਕਦੀ ਵੀ ਰਸਤੇ ਤੋਂ ਨਹੀਂ ਭਟਕੇਗਾ। ਉਹ ਸੱਚ ਦੇ ਰਸਤੇ ਨੂੰ ਤੋਰੇਗਾ, ਸੱਚ ਦੇ ਰਸਤੇ ਨੂੰ ਅਪਣਾਵੇਗਾ। ਜਿਹੜੇ ਅੱਜ ਨਸ਼ਿਆਂ ਦੇ ਦੌਰ ਵਿੱਚ ਬੈਠੇ ਹੋਏ ਨੇ ਜਾਂ ਨਸ਼ਿਆਂ ਦੇ ਵਿੱਚ ਲੀਨ ਨੇ, ਕੌਣ ਨੇ? ਜੋ ਗੁਰਬਾਣੀ ਤੋਂ ਟੁੱਟ ਗਏ, ਜਿਨ੍ਹਾਂ ਨੂੰ ਰਸਤਾ ਸਹੀ ਦੱਸਿਆ ਹੀ ਕਿਸੇ ਨੇ ਨਹੀਂ। ਜੀਵਨ ਦਾ ਸਹੀ ਰਸਤਾ
ਗੁਰੂ ਤੋਂ ਬਿਨਾਂ ਕੋਈ ਨਹੀਂ ਦੱਸ ਸਕਦਾ। ਇਸੇ ਕਰਕੇ ਸਿੱਖ ਦਾ ਜਿੱਦਣ ਬੱਚੇ ਦਾ ਜਨਮ ਹੁੰਦਾ ਨਾ, ਬੱਚੇ ਦੇ ਜਨਮ ਲੈਂਦੇ ਹੀ ਸਾਡੇ ਬਜ਼ੁਰਗਾਂ ਨੇ ਇਹੋ ਜਿਹਾ ਨਿਯਮ ਬਣਾਇਆ ਹੈ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਸਾਡਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੱਖਰ ਤੋਂ ਰੱਖਿਆ ਜਾਂਦਾ, ਤਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਮਾਤਾ ਪਿਤਾ ਸਾਨੂੰ ਇਹ ਸਮਝਾਉਣ ਕਿ ਬੱਚਿਆ, ਜ਼ਿੰਦਗੀ ਦੇ ਹਰ ਇੱਕ ਦੁੱਖ ਦੀ ਘੜੀ ਦੇ ਵਿੱਚ ਜੇ ਕੋਈ ਸਹੀ ਰਸਤਾ ਦੱਸਣ ਵਾਲਾ ਹੈ ਤੇ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਪਰ ਸੱਚ ਜਾਣਿਓ, ਅਸੀਂ ਮਾਤਾ ਪਿਤਾ ਦਾ ਫਰਜ਼ ਨਹੀਂ ਨਿਭਾ ਪਾਏ। ਅਸੀਂ ਬੱਚਿਆਂ ਦੇ ਮੱਥੇ ਤੇ ਬੜੇ ਚੁੰਮੇ, ਕਿਤਾਬਾਂ ਦੇ ਢੇਰ ਲਿਆ ਕੇ ਦਿੱਤੇ, ਧਿਆਨ ਉਹਨਾਂ ਦਾ ਇੱਥੇ ਤੇ ਕੇਂਦਰਿਤ ਕੀਤਾ ਵੀ ਤੁਸੀਂ ਇੱਕ ਚੰਗੇ ਡਾਕਟਰ ਬਣੋ, ਤੁਸੀਂ ਇੰਜੀਨੀਅਰ ਬਣੋ, ਤੁਸੀਂ ਤਹਿਸੀਲਦਾਰ ਬਣੋ, ਤੁਸੀਂ ਪਟਵਾਰੀ ਬਣੋ। ਪਰ ਅਸੀਂ ਗੁਰਸਿੱਖ ਪਟਵਾਰੀ, ਗੁਰਸਿੱਖ ਤਹਿਸੀਲਦਾਰ, ਗੁਰਸਿੱਖ ਥਾਣੇਦਾਰ, ਗੁਰਸਿੱਖ ਵਕੀਲ, ਗੁਰਸਿੱਖ ਜੱਜ ਨਹੀਂ ਬਣਾ ਸਕੇ। ਕਿਉਂ? ਕਿਉਂਕਿ ਅਸੀਂ ਉਹਨਾਂ ਦੇ ਰਸਤੇ ਨੂੰ ਪੱਛੇ ਕਰਕੇ ਮਾਇਆ ਨਾਲ ਜੋੜ ਦਿੱਤਾ। ਹੁਣ ਜਦੋਂ ਰਿਸ਼ਵਤਾਂ ਦੇ ਦੌਰ ਦੇ ਵਿੱਚ ਉਹ ਲੀਨ ਹੋਇਆ ਪਿਆ ਹੈ, ਡੇਲੀ ਬੇਈਮਾਨੀਆਂ ਕਰ ਰਿਹਾ ਹੈ, ਧੋਖਾ ਕਰ ਰਿਹਾ ਹੈ, ਹੁਣ ਉਹ ਬੇਈਮਾਨੀ ਦੀ ਕਮਾਈ ਘਰ ਲੈ ਕੇ ਆ ਰਿਹਾ ਹੈ। ਕਿਉਂਕਿ ਇਹ ਸਭ ਕੁਝ ਗਲਤ ਵਾਲੇ ਰਸਤੇ ਤੇ ਉਦਣ ਤੁਰਿਆ ਜਿੱਦਣ ਅਸੀਂ ਉਸ ਨੂੰ ਗੁਰੂ ਤੋਂ ਤੋੜ ਦਿੱਤਾ। ਮਾਤਾ ਪਿਤਾ ਨੇ ਆਪਣਾ ਫਰਜ਼ ਜਿੱਦਣ ਸਮਝ ਲਿਆ ਨਾ, ਜਦੋਂ ਬੱਚੇ ਨੂੰ ਨਾਲ ਗੁਰਬਾਣੀ ਦੀ ਗੁੜਤੀ ਨਾਲ ਜੋੜ ਦਿੱਤਾ, ਗੁਰਬਾਣੀ ਨਾਲ ਤੋਰ ਦਿੱਤਾ, ਐਸਾ ਬੱਚਾ ਸਾਰੀ ਉਮਰ ਜ਼ਿੰਦਗੀ 'ਚ ਕਦੀ ਨਹੀਂ ਭਟਕੇਗਾ। ਭਟਕਦਾ ਕੌਣ ਹੈ? ਜੋ ਆਪਣੀ ਮਨ ਦੇ ਪਿੱਛੇ ਤੁਰਦਾ ਹੈ। ਮਨ ਮੁਖ ਭੁੱਲੈ ਭੁਲਾਈ ਹੈ, ਭੁੱਲੀ ਠੌਰ ਨਾ ਕਾਏ। ਆਪਣੀ ਮਨ ਦੇ ਪਿੱਛੇ ਤੁਰਨ ਵਾਲੀ ਸਾਹਿਬ ਕਹਿੰਦੇ ਜਿਹੜੀ ਜੀਵ ਇਸਤਰੀ ਹੈ ਨਾ, ਉਹ ਆਪਣੇ ਦੱਸੇ ਹੋਏ ਰਸਤੇ ਤੇ ਤੁਰ ਰਹੀ ਹੈ, ਗੁਰੂ ਦੇ ਦੱਸੇ ਰਸਤੇ ਤੋਂ ਖੁੰਝ ਗਈ ਹੈ ਤੇ ਨਿਤ ਮਾਇਆ ਦੇ ਛਲਾਵੇ ਵਿੱਚ ਪੈ ਕੇ ਉਹਨਾਂ ਆਪਣਾ ਜੀਵਨ ਬਰਬਾਦ ਕਰ ਲਿਆ। ਤੇ ਸੱਚ ਜਾਣਿਓ, ਗੁਰ ਬਿਨ ਕੋ ਨਾ ਦਿਖਾਵਈ, ਅੰਧੀ ਆਵੈ ਜਾਏ। ਗੁਰੂ ਤੋਂ ਬਿਨਾ ਹੋਰ ਕੋਈ ਵੀ ਨਹੀਂ, ਗੁਰੂ ਸ਼ਬਦ ਤੋਂ ਬਿਨਾ, ਗੁਰੂ ਦੀ ਮੱਤ ਤੋਂ ਬਿਨਾ ਹੋਰ ਕੋਈ ਵੀ ਨਹੀਂ ਜੋ ਮਨੁੱਖ ਨੂੰ ਸਹੀ ਰਸਤਾ ਵਿਖਾ ਸਕੇ। ਮਾਇਆ ਦੇ ਵਿੱਚ ਅੰਨੀ ਹੋਈ ਜੀਵ ਇਸਤਰੀ ਭਟਕਦੀ ਫਿਰਦੀ ਹੈ, ਸਤਿਗੁਰੂ ਦੇ ਕੋਲ ਆ ਜਾਵੇ, ਗੁਰੂ ਦੀ ਮੱਤ ਲੈ ਲਵੇ, ਗੁਰੂ ਦੀ ਸ਼ਬਦ ਤੇ ਤੁਰ ਪਵੇ, ਇਹ ਜੀਵਨ ਦੇ ਸਹੀ ਰਸਤੇ ਨੂੰ ਪਾ ਸਕਦੀ ਹੈ। ਗਿਆਨ ਪਦਾਰਥ ਖੋਇਆ, ਠੱਗਿਆ ਮੁੱਠਾ ਜਾਏ। ਸਾਹਿਬ ਕਹਿੰਦੇ ਗਿਆਨ ਪਦਾਰਥ ਦਾ ਅਰਥ ਆ ਪ੍ਰਮਾਤਮਾ ਦੇ ਨਾਲ ਡੂੰਘੀ ਸਾਂਝ ਪੈਦਾ ਕਰਨ ਵਾਲਾ ਗੁਰੂ ਦਾ ਗਿਆਨ। ਖੋਇਆ, ਉਹ ਗਵਾਚ ਚੁੱਕਿਆ ਜੀਵਨ ਚੋਂ। ਠੱਗਿਆ ਗਿਆ, ਮੁੱਠਾ ਜਾਏ, ਕਿਹਦੇ ਹੱਥੋਂ? ਵਿਕਾਰਾਂ ਦੇ ਹੱਥੋਂ। ਮੁੱਠਿਆ ਦਾ ਅਰਥ ਹੈ ਲੁੱਟਿਆ ਜਾਣਾ। ਸਾਹਿਬ ਕਹਿੰਦੇ ਜਿਸ ਵੀ ਜੀਵ ਨੇ ਮਾਇਆ ਦੇ ਹੁਕਮ ਦੇ ਪਿੱਛੇ ਤੁਰ ਪਿਆ, ਜੋ ਮਾਇਆ ਦੇ ਹੱਥ ਚੜ ਗਿਆ, ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਕਰਨ ਵਾਲਾ ਗੁਰੂ ਦਾ ਗਿਆਨ, ਗੁਰੂ ਦੀ ਮੱਤ, ਗੁਰੂ ਦਾ ਸ਼ਬਦ ਉਹਦੇ ਜੀਵਨ ਦੇ ਵਿੱਚੋਂ ਗਵਾਚ ਗਿਆ। ਤੇ ਜਿੱਦਣ ਉਹਦੇ ਜੀਵਨ ਚੋਂ ਗੁਰੂ ਸ਼ਬਦ ਗਵਾਚਿਆ, ਗੁਰਬਾਣੀ ਗਵਾਚੀ, ਗੁਰੂ ਦੀ ਮੱਤ ਗਵਾਚੀ, ਸਮਝ ਲੈਣਾ ਉਦਣ ਉਹ ਠੱਗਿਆ ਗਿਆ, ਲੁੱਟਿਆ ਗਿਆ। ਕਿਉਂਕਿ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੂਝੈ, ਕੋਇ ਨਾ ਸੁਣੇ ਪੁਕਾਰਾ। ਉਦਣ ਇਹ ਠੱਗਿਆ ਗਿਆ, ਉਦਣ ਇਹ ਲੁੱਟਿਆ ਗਿਆ। ਕਿਹਦੇ ਹੱਥੋਂ ਲੁੱਟਿਆ ਗਿਆ? ਜਿਹੜੇ ਸੰਨ ਲਾ ਕੇ ਵਿਕਾਰ ਬੈਠੇ ਸਨ। ਸਾਹਿਬ ਕਹਿੰਦੇ ਬਾਬਾ ਮਾਇਆ ਭਰਮ ਭੁਲਾਏ। ਹੇ ਭਾਈ, ਇਹ ਮਾਇਆ ਹੀ ਹੈ ਜੋ ਜੀਵਾਂ ਨੂੰ ਭੁਲੇਖੇ ਵਿੱਚ ਪਾ ਕੇ ਕੁਰਾਏ ਪਾ ਦਿੰਦੀ ਹੈ। ਇਹ ਮਾਇਆ ਦਾ ਛਲਾਵਾ ਹੀ ਹੈ, ਪਦਾਰਥਾਂ ਦਾ ਮੋਹ ਹੈ, ਪਦਾਰਥਾਂ ਦਾ ਰਸ ਹੈ, ਪਦਾਰਥਾਂ ਦਾ ਲਾਲਚ ਹੈ, ਜੋ ਮਨੁੱਖ ਦੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ। ਭਰਮ ਭੁਲੀ ਡੋਹਾਗਣੀ, ਨਾ ਫਿਰ ਅੰਕ ਸਮਾਏ ਰਹਾਓ। ਸਾਹਿਬ ਕਹਿੰਦੇ ਜਿਹੜੀ ਮਾਇਆ ਦੇ ਹੱਥੇ ਚੜ ਗਈ ਨਾ, ਐਸੀ ਜੀਵ ਇਸਤਰੀ ਆਪਣੇ ਸਹੀ ਰਸਤੇ ਤੋਂ ਭਟਕ ਗਈ। ਤੇ ਐਸੀ ਜੀਵ ਇਸਤਰੀ ਕਦੀ ਵੀ ਪਤੀ ਪਰਮਾਤਮਾ ਵਾਹਿਗੁਰੂ ਦੇ ਨਾਲ ਜੀਵਨ ਵਿੱਚ ਸਮਾ ਨਹੀਂ ਸਕਦੀ, ਜਿਨੇ ਆਪਣਾ ਜੀਵਨ ਮਾਇਆ ਦੇ ਨਸ਼ੇ ਵਿੱਚ ਲੀਨ ਕਰ ਲਿਆ। ਰਹਾਓ। ਅਗਲਾ ਬੰਦ ਹੈ, 8 ਪਦਿਆਂ ਦਾ ਸ਼ਬਦ ਹੈ। ਸਤਿਗੁਰ ਕਿਰਪਾ ਕਰਨ, ਸਾਨੂੰ ਗੁਰਮਤਿ ਦੀ ਗੁੜਤੀ ਸਮਝ ਆ ਜਾਵੇ, ਗੁਰਬਾਣੀ ਦੀ ਗੁੜਤੀ ਸਾਡਾ ਜੀਵਨ ਦਾ ਆਧਾਰ ਬਣ ਜਾਵੇ। ਭੂਲੀ ਫਿਰੈ ਦਿਸੰਤਰੀ, ਭੂਲੀ ਗ੍ਰਹਿ ਤਜ ਜਾਏ। ਦਿਸੰਤਰੀ ਦਾ ਅਰਥ ਹੈ ਦੂਸਰੇ ਹੋਰ ਦਿਸ਼ਾਵਾਂ ਵੱਲ ਭਟਕਦੇ ਫਿਰਨਾ। ਭੂਲੀ ਫਿਰੈ, ਜੀਵਨ ਦੇ ਰਸਤੇ ਤੋਂ ਭਟਕੀ ਹੋਈ,
ਜੇ ਸਾਨੂੰ ਆਪਣੇ ਜੀਵਨ ਦਾ ਰਸਤਾ ਨਹੀਂ ਨਜ਼ਰ ਆ ਰਿਹਾ, ਜੇ ਸਾਡੀ ਜ਼ਿੰਦਗੀ ਵਿੱਚ ਸਾਨੂੰ ਆਪਣੀ ਮੰਜ਼ਿਲ ਨਜ਼ਰ ਨਹੀਂ ਆ ਰਹੀ, ਗੁਰਸਿੱਖ ਦੀ ਮੰਜ਼ਿਲ ਕੀ ਹੈ? ਗੁਰਸਿੱਖ ਦੀ ਮੰਜ਼ਿਲ ਹੈ, ਇਤ ਮਾਰਗ ਚੱਲੇ ਭਾਈੜੇ, ਗੁਰ ਕਹਿ ਸੋ ਕਾਰ ਕਮਾਈ ਜੀਓ, ਤਿਆਗੈ ਮਨ ਕੀ ਮਤੜੀ, ਵਿਸਾਰੇ ਦੂਜਾ ਭਾਓ ਜੀਓ, ਇਉ ਪਾਵੇ ਹਰ ਦਰਸਾਵੜਾ, ਨਹੀਂ ਲਾਗੇ ਤਤੀ ਵਾਓ ਜੀਓ। ਗੁਰਸਿੱਖ ਦੀ ਮੰਜ਼ਿਲ ਹੈ ਜਿਉਂਦਿਆਂ ਜੀ ਮੁਕਤ ਹੋ ਜਾਣਾ, ਪਰਮਾਤਮਾ ਦੇ ਵਿੱਚ ਲੀਨ ਹੋ ਜਾਣਾ, ਆਪਣੇ ਜੀਵਨ ਨੂੰ ਗੁਰਮਤ ਦੇ ਉੱਤੇ ਐਸਾ ਤੋਰਨਾ ਕਿ ਉਹਦੀ ਜ਼ਿੰਦਗੀ ਸੁੱਖ ਦੁੱਖ ਦੋਨੋਂ ਸਮਕਰ ਜਾਣੇ, ਨਾਹੇ ਮਾਨ ਅਪਮਾਨਾਂ ਵਾਲੀ ਬਣ ਜਾਵੇ। ਉਹਦੇ ਵਾਸਤੇ ਸੁੱਖ ਦੁੱਖ ਬਰਾਬਰ ਹੋ ਜਾਣ, ਜ਼ਿੰਦਗੀ ਨਿਰਮਲ ਹੋ ਜਾਵੇ। ਤੋ ਸਾਹਿਬ ਕਹਿੰਦੇ ਭੂਲੀ ਫਿਰੈ ਦਸੰਤਰੀ, ਭੂਲੀ ਗ੍ਰਹਿ ਤਜ ਜਾਏ। ਜੀਵਨ ਦੇ ਰਾਹ ਤੋਂ ਭਟਕੀ ਹੋਈ ਜੀਵ ਇਸਤਰੀ ਹੀ ਆਪਣਾ ਗ੍ਰਸਤ ਤਿਆਗ ਕੇ ਦੇਸਾਂ ਦਸੰਤਰਾਂ ਵਿੱਚ ਫਿਰਦੀ ਹੈ। ਸਾਹਿਬ ਕਹਿੰਦੇ ਐਸੀਆਂ ਜਿਹੜੀਆਂ ਭਟਕੀਆਂ ਹੋਈਆਂ ਜੀਵ ਇਸਤਰੀਆਂ ਨੇ, ਉਹ ਆਪਣਾ ਜੀਵਨ ਛੱਡ ਕੇ ਕੋਈ ਜੰਗਲਾਂ ਵਿੱਚ ਭਟਕਦਾ ਫਿਰਦਾ ਹੈ ਰੱਬ ਲੱਭਣ ਲਈ, ਕੋਈ ਤੀਰਥਾਂ ਦੇ ਕੰਢਿਆਂ ਤੇ ਤੁਰਿਆ ਫਿਰਦਾ ਹੈ। ਐਸੀਆਂ ਹੀ ਜੀਵ ਇਸਤਰੀਆਂ ਨੇ ਜਿਨ੍ਹਾਂ ਦੇ ਵਿੱਚੋਂ ਸੱਚ ਗਵਾਚ ਗਿਆ ਹੈ। ਉਹ ਸਾਰੇ ਗ੍ਰਹਿ ਤਜ ਜਾਏ, ਆਪਣੇ ਹਿਰਦੇ ਰੂਪੀ ਸੱਚੇ ਘਰ ਨੂੰ ਤਿਆਗ ਕੇ ਬਾਹਰ ਲੱਭਦੀਆਂ ਫਿਰਦੀਆਂ ਨੇ ਪ੍ਰਮਾਤਮਾ ਦੀ ਖੁਸ਼ੀ ਨੂੰ, ਬਾਹਰ ਲੱਭਦੀਆਂ ਫਿਰਦੀਆਂ ਨੇ ਆਨੰਦ ਨੂੰ। ਪਦਾਰਥਾਂ ਦੇ ਵਿੱਚੋਂ ਵੀ ਕਦੀ ਕਿਸੇ ਨੂੰ ਆਨੰਦ ਮਿਲਦਾ ਹੈ, ਕਦੀ ਮਾਇਆ ਚੋਂ ਵੀ ਕਿਸੇ ਨੂੰ ਆਨੰਦ ਮਿਲਿਆ ਹੈ। ਅਸਲੀ ਆਨੰਦ ਤੇ ਗੁਰੂ ਦੇ ਸ਼ਬਦ ਵਿੱਚੋਂ ਹੀ ਮਿਲਣਾ ਹੈ, ਗੁਰੂ ਦੀ ਸਮਝ ਵਿੱਚੋਂ ਹੀ ਮਿਲਣਾ ਹੈ। ਭੂਲੀ ਡੂੰਗਰ ਥਲ ਚੜੈ, ਭਰਮੈ ਮਨ ਡੋਲਾਏ। ਸਭ ਕਹਿੰਦੇ ਮਾਇਆ ਦੇ ਰਸਤੇ ਤੇ ਚੱਲੀ ਹੋਈ, ਗੁਰੂ ਦੇ ਦੱਸੇ ਹੋਏ ਰਸਤੇ ਤੋਂ ਭਟਕੀ ਹੋਈ ਇਹ ਜਿਹੜੀ ਜੀਵ ਇਸਤਰੀ ਆ ਨਾ, ਇਹ ਪਹਾੜਾਂ ਦੀਆਂ ਗੁਫਾਵਾਂ ਵਿੱਚ ਜਾ ਕੇ ਬੈਠਦੀ ਹੈ, ਕਲੰਦਰਾਂ ਦੇ ਵਿੱਚ ਜਾ ਕੇ ਬੈਠਦੀ ਹੈ, ਤਾਂ ਕਿ ਮੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਭੋਰਿਆਂ ਵਿੱਚ ਬਹਿੰਦੀ ਹੈ, ਚੌਂਕੜੇ ਮਾਰਦੀ ਹੈ, ਧੂਣੀਆਂ ਤਪਾਉਂਦੀ ਹੈ। ਐਸੀ ਮਨ ਦੇ ਪਿੱਛੇ ਲੱਗੀ ਹੋਈ ਜੀਵ ਇਸਤਰੀ ਕਿ ਸ਼ਾਇਦ ਇਹਨਾਂ ਕਰਮਾਂ ਦੇ ਨਾਲ ਰੱਬ ਖੁਸ਼ ਹੋ ਜਾਵੇਗਾ, ਪ੍ਰਮਾਤਮਾ ਪਤੀ ਮੈਨੂੰ ਆਪਣੇ ਵਿੱਚ ਲੀਨ ਕਰ ਲਵੇਗਾ। ਪਰ ਸਭ ਕਹਿੰਦੇ ਭਰਮੈ ਮਨ ਡੋਲਾਏ, ਹੋਣਾ ਕੁਝ ਵੀ ਨਹੀਂ, ਸਗੋਂ ਭਟਕਦੀ ਫਿਰਦੀ ਹੋਈ ਐਸੀ ਜੀਵ ਇਸਤਰੀ ਦਾ ਮਨ ਕਦੀ ਵੀ ਨਹੀਂ ਟਿਕਣਾ, ਤੇ ਐਸਾ ਮਨ ਮਾਇਆ ਦੇ ਅਸਰ ਵਿੱਚ ਹੀ ਲੀਨ ਰਹਿਣਾ ਹੈ। ਨਾ ਇਹਦੇ ਜੀਵਨ ਵਿੱਚ ਸੱਚ ਆਉਣਾ ਹੈ। ਜਦ ਤੱਕ ਇਹ ਗੁਰੂ ਦੀ ਮੱਤ ਤੇ ਨਹੀਂ ਚੱਲਦੀ, ਗੁਰੂ ਸ਼ਬਦ ਨੂੰ ਧਾਰਨ ਨਹੀਂ ਕਰਦੀ, ਗੁਰੂ ਦੇ ਗਿਆਨ ਨੂੰ ਨਹੀਂ ਫੋਲੋ ਕਰਦੀ, ਇਹਦਾ ਭਰਮ ਨਹੀਂ ਮੁੱਕਣਾ, ਇਹਦਾ ਭਟਕਣਾ ਨਹੀਂ ਮੁੱਕਣੀ। ਇਹਨੇ ਡੋਲਦੀ ਰਹਿਣਾ ਹੈ। ਇਹੀ ਡੋਲਣਾ ਇਹਦਾ ਨਿਰੰਕਾਰ ਤੋਂ ਦੂਰ ਲੈ ਕੇ ਜਾ ਰਿਹਾ ਹੈ। ਬੜੀ ਹਕੀਕੀ ਗੱਲ ਗੁਰੂ ਸਾਹਿਬ ਜੀ ਇਸ ਸ਼ਬਦ ਵਿੱਚ ਸਮਝਾ ਰਹੇ। ਸਾਡਾ ਵੀ ਜੀਵਨ ਐਵੇਂ ਹੀ ਹੈ। ਅਸੀਂ 40 ਪਾਠਾਂ ਦੇ ਪਿੱਛੇ ਤੇ ਲੱਗੇ ਹਾਂ, ਇਕੋਤਰੀਆਂ ਕਰਾ ਰਹੇ ਹਾਂ, ਸੰਪਟ ਪਾਠ ਕਰਾ ਰਹੇ ਹਾਂ, ਪਰ ਮਨ ਗੁਰੂ ਸ਼ਬਦ ਵਿੱਚ ਲੀਨ ਹੀ ਨਹੀਂ ਹੈ। ਲੜੀਆਂ ਦੀਆਂ ਲੜੀਆਂ ਪਾਠਾਂ ਦੀਆਂ ਚੱਲ ਰਹੀਆਂ ਨੇ, ਤੇ ਪਾਠ ਕਰਾਉਣ ਵਾਲੇ ਨੂੰ ਪੁੱਛੋ ਵੀ ਤੈਨੂੰ ਗੁਰੂ ਸ਼ਬਦ ਨਾਲ ਕੋਈ ਗੱਲ ਸਮਝ ਆਈ ਹੈ? ਗੁਰੂ ਸ਼ਬਦ ਵਿੱਚ ਮਨ ਲੀਨ ਹੀ ਨਹੀਂ ਹੈ। ਗੁਰੂ ਸ਼ਬਦ, ਗੁਰੂ ਗਿਆਨ ਮਨ ਵਿੱਚੋਂ ਨਜ਼ਰ ਹੀ ਨਹੀਂ ਆ ਰਿਹਾ। ਜੀਵਨ ਵਿੱਚੋਂ ਗੁਰੂ ਸ਼ਬਦ ਦੇ ਦਰਸ਼ਨ ਹੀ ਨਹੀਂ ਹੋ ਰਹੇ। ਜੀਵਨ ਓਨਾ ਹੀ ਭਟਕਦਾ ਪਿਆ ਹੈ, ਓਨਾ ਭਰਮਦਾ ਪਿਆ ਹੈ। ਕੋਈ ਸਾਧਾਂ ਦੇ ਡੇਰਿਆਂ ਤੇ ਤੁਰਿਆ ਫਿਰਦਾ ਹੈ, ਕੋਈ ਜਾ ਕੇ ਸਕੀ ਸਰਵਰਿਆਂ ਨੂੰ ਤੇਲ ਚੜਾ ਰਿਹਾ ਹੈ, ਖੀਰਾਂ ਚੜਾ ਰਿਹਾ ਹੈ, ਫਤਿਹ ਸਿੱਖ ਫਤਿਹ ਜਾ ਕੇ ਕੋਈ ਮੱਥਾ ਟੇਕ ਰਿਹਾ ਹੈ ਪੱਥਰਾਂ ਦੀਆਂ ਮੂਰਤਾਂ ਨੂੰ, ਕੋਈ ਕਿਤੇ ਟੇਕ ਰਿਹਾ ਹੈ। ਭਟਕਣਾ ਹੀ ਆ ਨਾ, ਕਿਉਂਕਿ ਗੁਰੂ ਦਾ ਮੰਜ਼ਿਲ ਤੇ ਬਿਲਕੁਲ ਸਿੱਧਾ ਹੀ ਹੈ, ਗੁਰੂ ਦਾ ਰਸਤਾ ਤੇ ਬਿਲਕੁਲ ਸਿੱਧਾ ਹੈ। ਗੁਰੂ ਦਾ ਰਸਤਾ ਭਟਕਣਾ ਖਤਮ ਕਰਦਾ ਹੈ, ਭਰਮ ਖਤਮ ਕਰਦਾ ਹੈ। ਮੈਂ ਕਹਿੰਦਾ ਅਸੀਂ ਬੜਿਆਂ ਭਾਗਾਂ ਵਾਲੇ ਹਾਂ ਕਿ ਸਾਡਾ ਸ਼ਬਦ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ। ਜਿਹਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਗੁਰੂ ਆ ਨਾ, ਉਹ ਭਟਕਣਾ ਚ ਪੈ ਹੀ ਨਹੀਂ ਸਕਦਾ, ਕਿਉਂਕਿ ਸਤਿਗੁਰੂ ਹਰ ਇੱਕ ਭਰਮ ਜਾਲ ਨੂੰ ਕੱਟ ਦਿੰਦੇ ਨੇ, ਭਟਕਣਾ ਨੂੰ ਕੱਟ ਦਿੰਦੇ ਨੇ। ਤੋ ਸਾਹਿਬ ਕਹਿੰਦੇ ਜਿਹੜੀਆਂ ਭਟਕੀਆਂ ਹੋਈਆਂ ਜੀਵ ਇਸਤਰੀਆਂ ਥਲ ਚੜ੍ਹੈ, ਭਾਵੇਂ ਉਹ ਡੂੰਗਰ ਭੂਲੀ ਡੂੰਗਰ ਥਲ ਚੜ੍ਹੈ, ਭਟਕੀ ਹੋਈ ਭਾਵੇਂ ਗੁਫਾਵਾਂ ਵਿੱਚ ਜਾ ਕੇ ਬੈਠੇ, ਭਾਵੇਂ ਕਲੰਦਰਾਂ ਵਿੱਚ ਜਾ ਕੇ ਬੈਠੇ, ਭਰਮੈ ਮਨ ਡੋਲਾਏ। ਸਗੋਂ ਇਸ ਭਰਮ ਦੇ ਵਿੱਚ ਮਨ ਡੋਲਣਾ ਹੈ, ਮਨ ਟਿਕਣਾ ਨਹੀਂ। ਧੁਰੋਂ ਵਿਛੁੰਨੀ ਕਿਉਂ ਮਿਲੈ, ਗਰਭ ਮੁੱਠੀ ਬਿਲ ਲਾਏ। ਧੁਰੋਂ ਵਿਛੁੰਨੀ ਦਾ ਅਰਥ ਹੈ ਜਿਹੜੇ ਮੁੱਢ ਤੋਂ ਇਹਨੇ ਆਪਣੇ ਕਰਮ ਕਰਨੇ ਸ਼ੁਰੂ ਕੀਤੇ ਨੇ। ਧੁਰ ਤੋਂ ਅਰਥ ਹੈ ਸ਼ੁਰੂ ਤੋਂ ਜਿਹੜੇ ਇਹਨੇ ਕੰਮ ਕੀਤੇ ਆ ਨਾ, ਪਰਮਾਤਮਾ ਦੇ ਹੁਕਮ ਨੂੰ ਵਿਸਾਰ ਕੇ ਉਹਦੀ ਰਜ਼ਾ ਵਿੱਚ ਚੱਲਣ ਤੋਂ ਬਿਨਾਂ
ਜਿਹੜੇ ਗਲਤ ਰਸਤੇ ਇਹਨੇ ਅਪਣਾਏ ਨੇ, ਵਿਕਾਰਾਂ ਦੇ ਪਿੱਛੇ ਲੱਗ ਕੇ ਜੋ ਅੱਜ ਤੱਕ ਇਹਨੇ ਮੈਲ ਖੱਟੀ ਹੈ ਨਾ, ਇਸੇ ਕਰਕੇ ਇਹਨੂੰ ਸੱਚ ਦੀ ਸਮਝ ਨਹੀਂ ਆ ਰਹੀ। ਇਹ ਭਟਕਣਾ ਦੇ ਵਿੱਚ ਪਈ ਹੈ ਤੇ ਗੁਰੂ ਪ੍ਰਮਾਤਮਾ ਦੇ ਕੋਲੋਂ ਵਿਛੜੀ ਹੋਈ ਹੈ। ਨਿਤ ਅਹੰਕਾਰ ਗਰਭ ਮੁੱਠੀ ਬਿਲਾਏ, ਨਿਤ ਅਹੰਕਾਰ ਇਹਦੇ ਵਿੱਚੋਂ ਸ਼ੁਭ ਗੁਣਾਂ ਨੂੰ ਲੁੱਟ ਰਿਹਾ ਹੈ। ਮੁੱਠੀ ਦਾ ਅਰਥ ਆ ਲੁੱਟਣਾ, ਨਿਤ ਹੰਕਾਰ ਇਹਦੇ ਜੀਵਨ ਨੂੰ ਲੁੱਟ ਰਿਹਾ ਹੈ। ਵੇਖਣ ਨੂੰ ਬੜਾ ਵਧੀਆ ਗੁਰਮੁਖ ਹੈ, ਬੜੀ ਪਿਆਰੀ ਕਥਾ ਕੀਰਤਨ ਕਰਦਾ ਹੈ, ਬਹੁਤ ਸਤਿਕਾਰ ਹੈ, ਪਰ ਹੰਕਾਰ ਬਹੁਤ ਹੈ। ਮੇਰੇ ਵਰਗਾ ਕੋਈ ਨਹੀਂ। ਕੀ ਹੋਇਆ ਹੈ ਹੁਣ? ਗੁਣ ਅੰਦਰੋਂ ਲੁੱਟ ਲਏ ਨੇ। ਸਾਡੀ ਹਾਲਤ ਵੀ ਇਸ ਤਰ੍ਹਾਂ ਦੀ ਹੈ। ਮੇਰੇ ਵਰਗੇ ਕਥਾਵਾਚਕ ਕੀਰਤਨੀਏ ਸਿੰਘ ਜੀਵਨ ਦੇ ਵਿੱਚ ਬਹੁਤ ਹੰਕਾਰ ਭਰਿਆ ਪਿਆ, ਬਹੁਤ ਪ੍ਰਬਲ ਹੰਕਾਰ ਹੈ। ਵੇਖਣ ਨੂੰ ਦਰਸ਼ਨ ਹੋ ਰਹੇ ਨੇ, ਬੜਾ ਵਧੀਆ ਭੇਖ ਪਾਇਆ ਹੈ, ਬੜਾ ਪ੍ਰਕਾਸ਼ਿਆ ਦੜ ਹੈ, ਬੜਾ ਖੂਬ ਗਾਵਤਾ ਹੈ, ਖੂਬ ਬੋਲਦਾ ਹੈ, ਬੜਾ ਗਿਆਨ ਦੀਆਂ ਗੱਲਾਂ ਸੁਣਾਉਂਦਾ ਹੈ, ਪਰ ਦੀਵੇ ਥੱਲੇ ਅੰਧੇਰਾ ਹੈ। ਅੰਦਰ ਸੱਚ ਹੈ ਹੀ ਕੋਈ ਨਹੀਂ, ਅੰਦਰ ਕੋਈ ਗੁਰੂ ਦੇ ਦੀਦਾਰ ਹੀ ਕੋਈ ਨਹੀਂ। ਹੰਕਾਰ ਨੇ ਕੀ ਕੀਤਾ ਹੈ? ਅੰਦਰੋਂ ਸਭ ਕੁਝ ਲੁੱਟ ਲਿਆ ਹੈ। ਗਰਭ ਮੁੱਠੀ ਬਿਲਾਏ, ਹੰਕਾਰ ਨੇ ਸਭ ਕੁਝ ਲੁੱਟ ਲਿਆ ਹੈ। ਤੇ ਹੁਣ ਕੀ ਹੋ ਰਿਹਾ? ਬਿਲਾਏ ਦਾ ਅਰਥ ਹੈ ਜੀਵਨ ਕਲਪਦਾ ਪਿਆ, ਜੀਵਨ ਦੇ ਵਿੱਚ ਓਨਾ ਹੀ ਦੁੱਖ ਹੈ। ਕਦੀ ਕੋਈ ਕਥਾਵਾਚਕ ਜਿਹੜਾ ਮਾਇਆ, ਮੇਰੇ ਵਰਗਾ ਗੱਲ ਕਹਿੰਦਾ ਭਾਈ ਮਾਇਆ ਛਲਾਵਾ ਹੈ, ਤੇ ਆਪ ਹੀ ਉਹਦੇ ਪਿੱਛੇ ਤੁਰਿਆ ਫਿਰਦਾ। ਅਰਦਾਸਾਂ ਵਿੱਚ ਵਿਕ ਰਹੀਆਂ ਨੇ। ਅਰਦਾਸ ਕਰਨ ਵਾਲੇ ਦਾ ਆਪਣਾ ਚਿੱਤ ਉਸ ਅਰਦਾਸ 'ਚ ਨਹੀਂ। ਗੁਸਤਾਖੀ ਮਾਫ, ਉਹਦਾ ਤੇ ਧਿਆਨ ਇਹਦੇ ਵਿੱਚ ਹੈ। ਕਦੋਂ ਤੁਸੀਂ ਉਹਦੇ ਹੱਥ ਵਿੱਚ 100 ਰੁਪਈਆ ਰੱਖੋ, ਕਦੋਂ ਉਹਦੇ ਹੱਥ ਵਿੱਚ 100 ਡਾਲਰ ਰੱਖੋ। ਤੁਸੀਂ ਤੇ ਅਰਦਾਸ ਵੀ ਵੇਚ ਦਿੱਤੀ ਹੈ, ਅਰਦਾਸ ਵੀ ਵਿਕਾਊ ਕਰ ਦਿੱਤੀ ਹੈ। ਜਿਹੜੀ ਅਰਦਾਸ ਮੈਂ ਕਰ ਸਕਦਾ ਗੁਰੂ ਅੱਗੇ, ਜੋ ਮੈਨੂੰ ਲੋੜ ਆ, ਮੇਰੇ ਗੁਰੂ ਅੱਗੇ ਮੈਨੂੰ ਲੋੜ ਆ, ਮੈਨੂੰ ਵਿੱਚ ਵਿਚੋਲਾ ਪਾਉਣ ਦੀ ਕੀ ਲੋੜ ਆ ਭਾਈ? ਕਿ ਮੇਰੀ ਭਾਵਨਾ ਉਨੀ ਹੈ, ਉਨੀ ਸ਼ਰਧਾ ਹੈ। ਮਾਫ ਕਰਨਾ, ਇਹ ਗੱਲਾਂ ਵਿਚਾਰਨ ਵਾਲੀਆਂ ਨੇ, ਸਮਝਣ ਵਾਲੀਆਂ ਨੇ। ਗੁਸਤਾਖੀ ਮਾਫ, ਜੇ ਕਿਸੇ ਨੂੰ ਮੇਰੀ ਗੱਲ ਚੁਭਵੀਂ ਲੱਗੇ ਮੈਂ ਮਾਫੀ ਚਾਹੁੰਦਾ, ਪਰ ਸੱਚ ਜਾਣਿਓ ਜੀਵਨ ਇਵੇਂ ਹੀ ਚੱਲ ਰਿਹਾ। ਜਿਹੜੇ ਆਪ ਧੁਰਾਈ ਕਰਮ, ਜਿਨ੍ਹਾਂ ਨੇ ਆਪਣੇ ਭਾਵ ਸ਼ੁਰੂ ਤੋਂ ਮੁੱਢ ਤੋਂ ਹੀ ਗੁਰੂ ਤੋਂ ਰਿਸ਼ਤਾ ਤੋੜ ਲਿਆ, ਸਿਰਫ ਗੁਰੂ ਦਾ ਨਾਮ ਪਦਾਰਥਾਂ ਦੀ ਕਮਾਈ ਵਾਸਤੇ ਵਰਤ ਰਹੇ ਨੇ। ਗੁਰੂ ਦੀਆਂ ਗੋਲਕਾਂ ਸਿਰਫ ਆਪਣੇ ਕੰਮਾਂ ਵਾਸਤੇ ਵਰਤ ਰਹੇ ਨੇ। ਗੁਰੂ ਦੀਆਂ ਗੋਲਕਾਂ 'ਚੋਂ ਪਰਉਪਕਾਰ ਹੀ ਨਹੀਂ ਕਰ ਰਹੇ। ਗੁਰੂ ਦੀ ਗੋਲਕ ਤੇ ਪਰਉਪਕਾਰ ਕਰਨ ਵਾਸਤੇ ਸੀ, ਪਰ ਹੋ ਹੀ ਨਹੀਂ ਰਿਹਾ। ਆਪਣੇ ਵਾਸਤੇ ਸਭ ਕੁਝ ਖਰਚ ਰਿਹਾ। ਇਹਦਾ ਮਤਲਬ ਵੀ ਅਸੀਂ ਰਸਤੇ ਤੋਂ ਭਟਕ ਗਏ ਹਾਂ ਤੇ ਸਾਡੇ ਅੰਦਰ ਨਿਤ ਠੱਗੀ ਵੱਜ ਰਹੀ ਹੈ ਤੇ ਅਸੀਂ ਕਲਪਦੇ ਪਏ ਹਾਂ। ਵਿਛੜਿਆਂ ਗੁਰ ਮੇਲ ਸੀ, ਹਰ ਰਸ ਨਾਮ ਪਿਆਰੋ। ਸਭ ਕਹਿੰਦੇ ਚਿੰਤਾ ਨਾ ਕਰ, ਪਰੇਸ਼ਾਨ ਨਾ ਹੋ, ਹਜੇ ਕੁਝ ਨਹੀਂ ਵਿਗੜਿਆ। ਅਰਦਾਸ ਕਰ ਗੁਰੂ ਅੱਗੇ, ਗੁਰੂ ਦੀ ਮੱਤ ਲੈ, ਗੁਰੂ ਦੇ ਗਿਆਨ ਤੇ ਚੱਲ, ਗੁਰੂ ਜੀ ਦੀ ਸ਼ਬਦ ਦੇ ਮੁਤਾਬਕ ਜੀਵਨ ਨੂੰ ਢਾਲ। ਫਿਰ ਕੀ ਹੋਵੇਗਾ? ਸੱਚਾ ਗੁਰੂ, ਵਿਛੜਿਆ ਗੁਰੂ ਮੇਲ ਸੀ। ਗੁਰੂ ਤੈਨੂੰ ਵਿਛੜੇ ਹੋਏ ਨੂੰ ਸੱਚ ਨਾਲ ਮਿਲਾ ਦੇਵੇਗਾ। ਹਰ ਰਸ ਨਾਮ ਪਿਆਰ, ਤੇ ਤੇਰੇ ਚਿੱਤ ਵਿੱਚ ਸਦੀਵੀ ਅਟਲ ਰਹਿਣ ਵਾਲੇ ਸੱਚੇ ਪ੍ਰਮਾਤਮਾ ਦੇ ਪ੍ਰਥਾਏ ਪ੍ਰੇਮ ਪੈਦਾ ਹੋ ਜਾਵੇਗਾ। ਸਾਚ ਸਹਿਜ ਸੋਭਾ ਘਣੀ, ਹਰ ਗੁਣ ਨਾਮ ਆਧਾਰ। ਸਹਿਜ ਦਾ ਅਰਥ ਆ ਆਤਮਿਕ ਅਡੋਲਤਾ, ਜਿੱਥੇ ਜੀਵਨ ਟਿਕ ਜਾਵੇ, ਛਲਾਵਾ ਮੁੱਕ ਜਾਵੇ, ਭਟਕਣਾ ਮੁੱਕ ਜਾਵੇ। ਸਾਡੇ ਜੀਵਨ 'ਚ ਜੇ ਝਾਤੀ ਮਾਰ ਕੇ ਆਪਣੇ ਆਪ 'ਚ ਵੇਖੀਏ, ਆਪਣੇ ਗਰੀਬਾਨ 'ਚ ਦੇਖੀਏ, ਸਾਡਾ ਜੀਵਨ ਕਿਵੇਂ ਭਟਕਦਾ ਹੈ, ਕਿੰਨਾ ਸ਼ੋਰ ਆ ਸਾਡੇ ਅੰਦਰ, ਕਿੰਨਾ ਰੌਲਾ ਪਿਆ ਹੋਇਆ ਹੈ। ਕਿਤੇ ਚੁੱਪ ਕਰਕੇ ਜੀਭ ਤੋਂ ਮੂੰਹ ਤੇ ਬੰਦ ਆ, ਪਰ ਅੰਦਰ ਕਿੰਨਾ ਸ਼ੋਰ ਪੈ ਰਿਹਾ ਹੈ, ਕਿੰਨਾ ਕੁਝ ਆ ਉਹ ਤੇਰੇ ਬਾਰੇ ਮਾੜਾ ਕਹਿੰਦਾ ਹੈ। ਨਫ਼ਰਤ ਭਰੀ ਪਈ ਹੈ, ਈਰਖਾ ਭਰੀ ਪਈ ਹੈ, ਕਿੰਨਾ ਸ਼ੋਰ ਸ਼ਰਾਬਾ ਵਿਕਾਰਾਂ ਦਾ ਅੰਦਰ ਚੱਲ ਰਿਹਾ ਹੈ, ਕਿੰਨਾ ਰੌਲਾ ਅੰਦਰ ਪਿਆ ਹੋਇਆ ਸਾਡੇ ਅੰਦਰ। ਸਹਿਜ ਕਿੱਥੋਂ ਆਵੇਗਾ? ਤੇ ਜਦ ਤੱਕ ਸਹਿਜ ਨਹੀਂ ਨਾ, ਚੰਗਾ ਫੈਸਲਾ ਜੀਵਨ ਦਾ ਨਹੀਂ ਹੋ ਸਕਦਾ। ਇੱਕ ਗੱਲ ਚੇਤੇ ਰੱਖਿਓ, ਜਿਹੜਾ ਸਿੱਖ ਗੁਰਮਤ ਨਾਲ ਜੁੜਿਆ ਹੋਵੇਗਾ ਨਾ, ਜਿਹਦੇ ਅੰਦਰ ਗੁਰਬਾਣੀ ਦੀ ਪ੍ਰੀਤ ਹੈ, ਉਹਦਾ ਫੈਸਲਾ ਕਦੀ ਵੀ ਪਛਤਾਵੇ ਵਾਲਾ ਨਹੀਂ ਹੋਵੇਗਾ। ਜਿਹੜਾ ਗੁਰੂ ਤੋਂ ਟੁੱਟਿਆ ਹੋਇਆ ਹੈ, ਗੁਰੂ ਦੇ ਹੁਕਮ ਤੋਂ ਟੁੱਟਿਆ ਹੋਇਆ ਹੈ, ਉਹਦੀ ਜ਼ਿੰਦਗੀ ਦੇ ਫੈਸਲੇ ਸ਼ੱਕ ਦੇ ਘੇਰੇ 'ਚ ਹੋਣਗੇ। ਗੁਰੂ ਦੀ ਮੱਤ 'ਤੇ ਚੱਲਣ ਵਾਲਾ, ਉਹਦੀ ਜ਼ਿੰਦਗੀ ਸਹਿਜ ਦੀ ਹੋਵੇਗੀ, ਉਹਦੇ ਜੀਵਨ ਵਿੱਚ ਤਰਥੱਲੀ ਨਹੀਂ ਹੋਵੇਗੀ, ਉਹ ਭਟਕੇਗਾ ਨਹੀਂ। ਸਾਚ ਸਹਿਜ ਸੋਭਾ ਘਣੀ, ਹਰੀ ਦੇ ਪ੍ਰਮਾਤਮਾ ਦੇ ਗੁਣਾਂ ਦੀ ਬਰਕਤ ਦੇ ਨਾਲ ਜਿਹਨੂੰ ਅਕਾਲ ਪੁਰਖ ਦਾ ਸਹਾਰਾ ਤੇ ਆਸਰਾ ਮਿਲ ਗਿਆ ਨਾ,
ਉਹ ਸਦਾ ਵਾਸਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਵੇਗਾ। ਸਾਚ ਸਹਿਜ ਉਹਦੇ ਜੀਵਨ ਵਿੱਚ ਸਹਿਜ ਆ ਜਾਵੇਗਾ, ਸੋਭਾ ਘਣੀ, ਤੇ ਉਹ ਉੱਚੀ ਇੱਜ਼ਤ ਵਾਲਾ, ਪੱਤ ਵਾਲਾ, ਸੋਭਾ ਵਾਲਾ ਬਣ ਜਾਵੇਗਾ। ਹਰ ਗੁਣ ਨਾਮ ਆਧਾਰ, ਜਿਹਦੇ ਜੀਵਨ ਦਾ ਆਧਾਰ, ਜਿਹਦੇ ਜੀਵਨ ਦਾ ਆਸਰਾ ਪਰਮਾਤਮਾ ਦੇ ਗੁਣ ਬਣ ਜਾਣਗੇ, ਜੋ ਪਰਮਾਤਮਾ ਦੇ ਗੁਣਾਂ ਨੂੰ ਜੀਵਨ ਵਿੱਚ ਵਸਾ ਲਵੇਗਾ। ਜਿਉਂ ਭਾਵ ਹੈ ਤਿਉਂ ਰੱਖ ਤੂੰ, ਮੈਂ ਤੁਝ ਬਿਨ ਕਵਨ ਪਤਾਰ। ਫਿਰ ਜੀਵਨ ਨਿਮਰਤਾ ਦੇ ਵਿੱਚੋਂ ਇਹ ਅਰਦਾਸ ਨਿਕਲੇਗੀ, ਹੇ ਮੇਰਿਆ ਪਾਤਸ਼ਾਹ, ਮੈਂ ਤੇਰਾ ਸੇਵਕ ਹਾਂ, ਮੈਂ ਤੇਰਾ ਦਾਸ ਹਾਂ, ਮੈਂ ਬੇਨਤੀ ਕਰਦਾ ਹਾਂ, ਅਰਦਾਸ ਕਰਦਾ ਹਾਂ, ਜਿਉਂ ਭਾਵ ਹੈ ਤਿਉਂ ਰੱਖ ਤੂੰ। ਜਿਵੇਂ ਤੇਰੀ ਮਰਜ਼ੀ ਆ ਨਾ, ਜਿਵੇਂ ਤੇਰੀ ਰਜ਼ਾ ਹੈ, ਤਿਵੇਂ ਤੂੰ ਮੈਨੂੰ ਰੱਖ। ਤੁਝ ਬਿਨ ਕਵਨ ਪਤਾਰ, ਕਿਉਂਕਿ ਤੇਤੋਂ ਬਿਨਾ ਮੇਰਾ ਹੋਰ ਕੋਈ ਸਾਈਂ, ਮੇਰਾ ਹੋਰ ਕੋਈ ਮਾਲਕ ਹੈ ਹੀ ਨਹੀਂ। ਅਗਲਾ ਬੰਦ ਹੈ ਚੌਥਾ, ਅੱਖਰ ਪੜ ਪੜ ਭੁੱਲੀਐ, ਭੇਖੀ ਬਹੁਤ ਅਭਿਮਾਨ। ਵਾਹ ਜੀ ਵਾਹ, ਇਹ ਮੇਰੇ ਵਰਗਿਆਂ ਦੀ ਗੱਲ ਗੁਰੂ ਜੀ ਨੇ ਕਰ ਦਿੱਤੀ ਹੈ, ਬਿਲਕੁਲ ਕਲੀਅਰ ਕਰ ਦਿੱਤੀ ਹੈ। ਕਹਿੰਦੇ ਅੱਖਰ ਪੜ ਪੜ ਭੁੱਲੀਐ, ਕਹਿੰਦੇ ਵਿਦਿਆ ਪੜ ਪੜ ਕੇ ਵੀ ਕੀ ਕੀਤਾ ਹੈ, ਉਸ ਵਿਦਿਆ ਦਾ ਅਹੰਕਾਰ ਜੀਵਨ ਵਿੱਚ ਲੈ ਲਿਆ। ਵਿਦਿਆ ਤੇ ਪੜ੍ਹੀ ਸੀ ਤਾਂ ਕਿ ਵਿਦਿਆਵਾਨ ਬਣ ਕੇ ਪਰਉਪਕਾਰ ਕਰਾਂ। ਅੱਜ ਵਿਦਿਆਵਾਨ ਹੋਣਾ ਇੱਕ ਡਿਫਰੈਂਟ ਗੱਲ ਆ, ਗੁਰੂ ਦਾ ਸਿੱਖ ਹੋਣਾ ਡਿਫਰੈਂਟ ਗੱਲ ਆ। ਵਿਦਿਆਵਾਨ ਹੋ ਕੇ ਇਹ ਜ਼ਰੂਰੀ ਨਹੀਂ ਕਿ ਉਹਦੇ ਮਨ ਵਿੱਚ ਗੁਰੂ ਦੇ ਪ੍ਰਤੀ ਸ਼ਰਧਾ ਤੇ ਪ੍ਰੇਮ ਹੋਵੇ। ਜਦੋਂ ਵਿਦਿਆਵਾਨ ਦੇ ਨਾਲ ਨਾਲ ਇੱਕ ਚੰਗੇ ਧੁਅੰਤਰ ਗਿਆਨਵਾਨ ਦੇ ਨਾਲ ਨਾਲ ਗੁਰੂ ਦੇ ਪ੍ਰਤੀ ਪ੍ਰੇਮ ਤੇ ਸ਼ਰਧਾ ਹੋਣੀ ਚਾਹੀਦੀ ਹੈ। ਜੇ ਕੋਰੀ ਵਿਦਿਆ ਵਾ ਨਾ ਤੇ ਵਖਿਆਨ ਦੇ ਵਿੱਚ ਬੋਲ ਬੜੇ ਖਰਵੇ ਹੋਣਗੇ, ਬੋਲੀ ਬੜੀ ਕੌੜੀ ਹੋਵੇਗੀ। ਵਿਦਵਾਨ ਤੇ ਹੋਵੇਗਾ ਪਰ ਬੋਲੀ ਬੜੀ ਅੱਗ ਭਰੀ ਹੋਵੇਗੀ, ਕੌੜੀ ਹੋਵੇਗੀ। ਪਰ ਜੇ ਵਿਦਿਆ ਦੇ ਨਾਲ ਨਾਲ ਗੁਰੂ ਦਾ ਗਿਆਨ ਆ, ਗੁਰੂ ਦਾ ਪ੍ਰੇਮ ਆ, ਗੁਰੂ ਦੀ ਮੱਤ ਆ ਕੋਲ, ਫਿਰ ਵਿਦਿਆ ਦੇ ਵਿੱਚ ਨਿਮਰਤਾ ਹੋਵੇਗੀ। ਫਿਰ ਮੂੰਹ ਚੋਂ ਨਿਕਲੇ ਹੋਏ ਬੋਲ ਕਿਸੇ ਨੂੰ ਹਰਟ ਨਹੀਂ ਕਰਨਗੇ। ਫਿਰ ਉਹ ਵਿਦਿਆ ਦੇ ਬੋਲ ਪਵਿੱਤਰਤਾ ਲੈ ਕੇ ਆਉਣਗੇ, ਜੀਵਨ ਬਦਲ ਦੇਣਗੇ, ਜ਼ਿੰਦਗੀ ਤਰਾਸ਼ ਦੇਣਗੇ। ਅੱਖਰ ਪੜ ਪੜ ਭੁੱਲੀ ਹੈ, ਸਾਹਿਬ ਕਹਿੰਦੇ ਵਿਦਿਆ ਪੜ ਪੜ ਕੇ ਵੀ ਵਿਦਿਆ ਦੇ ਅਹੰਕਾਰ ਵਿੱਚ ਪਏ ਹੋਏ ਜੀਵ ਕੁਰਾਏ ਪਏ ਹੋਏ ਨੇ। ਭੇਖੀ ਬਹੁਤ ਅਭਿਮਾਨ, ਬਾਹਰੋਂ ਭੇਖ ਬਣਾਇਆ ਹੈ ਆਪਣੇ ਆਪ ਨੂੰ ਗੁਰਸਿੱਖ ਕਥਾਵਾਚਕ ਗਿਆਨੀ ਕਹਿਣ ਦਾ, ਕਿ ਲੋਕੀ ਮੈਨੂੰ ਕਹਿਣ ਵੀ ਇਹ ਬੜਾ ਵਿਦਵਾਨ ਆ, ਬੜਾ ਧਰਮੀ ਹੈ। ਪਰ ਸਾਹਿਬ ਕਹਿੰਦੇ ਅੰਦਰ ਕੀ ਹੈ? ਮਨ ਵਿੱਚ ਉਸ ਭੇਖ ਦਾ ਬਹੁਤ ਮਾਣ ਆ, ਬੜਾ ਅਹੰਕਾਰ ਆ, ਕਿਉਂਕਿ ਇਹਨੇ ਅਭਿਮਾਨ ਪੈਦਾ ਕੀਤਾ ਹੈ। ਇਹ ਵੀ ਮਾਇਆ ਦੇ ਵਿੱਚ ਹੈ, ਇਹ ਵੀ ਛਲਾਵੇ ਵਿੱਚ ਹੈ। ਤੀਰਥ ਨਾਤਾ ਕਿਆ ਕਰੇ, ਮਨ ਮੈਂ ਮੈਲ ਗੁਮਾਨ। ਸਭ ਕਹਿੰਦੇ ਕਮਾਲ ਦੀ ਗੱਲ ਆ, ਬੜੀ ਮਿਹਨਤ ਕਰਕੇ ਕਹਿੰਦਾ ਮੈਂ ਤੀਰਥਾਂ ਤੇ ਨਹਾਉਣ ਚੱਲਿਆ। ਚਲੋ ਮੁਬਾਰਕ ਆ, ਤੀਰਥਾਂ ਤੇ ਨਹਾਉਣ ਤੇ ਗਿਆ ਹੈ, ਪਰ ਸਭ ਕਹਿੰਦੇ ਉੱਥੋਂ ਨਹਾ ਕੇ ਨਾਲ ਮੈਲ ਹੋਰ ਚੜਾ ਲਿਆ ਹੈ। ਕੀ ਫਾਇਦਾ ਐਸਾ ਤੀਰਥਾਂ ਤੇ ਨਹਾਉਣ ਦਾ, ਜੇ ਤੀਰਥਾਂ ਤੇ ਨਹਾ ਕੇ ਕਿਆ ਤੀਰਥ ਨਾਤਾ ਕਿਆ ਕਰੇ, ਕੀ ਇਹੋ ਜਿਹੇ ਤੀਰਥ ਤੇ ਨਹਾਉਣ ਦਾ ਫਾਇਦਾ? ਮਨ ਮੈਂ ਮੈਲ ਗੁਮਾਨ, ਜੇ ਮਨ ਵਿੱਚ ਦੂਣੀ ਮੈਲ ਉਤੋਂ ਹੰਕਾਰ ਦੀ ਹੋਰ ਚੜਾ ਲਿਆਇਆ ਕਿ ਮੇਰੇ ਤੋਂ ਵੱਡਾ ਗੁਰਸਿੱਖ ਨਹੀਂ ਕੋਈ। ਗੁਰ ਬਿਨ ਕਿਨ ਸਮਝਾਈ ਹੈ, ਮਨ ਰਾਜਾ ਸੁਲਤਾਨ। ਸਭ ਕਹਿੰਦੇ ਗੱਲ ਚੇਤੇ ਰੱਖੀ, ਇਸ ਨਗਰੀ ਸਰੀਰ ਰੂਪੀ ਨਗਰੀ ਦਾ ਜਿਹੜਾ ਰਾਜਾ ਵਾ ਨਾ, ਉਹ ਮਨ ਆ, ਜੋ ਆਕੀ ਹੋ ਕੇ ਬੈਠਾ ਹੈ, ਜੋ ਕਿਸੇ ਦੀ ਨਹੀਂ ਉਹ ਸੁਣਦਾ। ਜੇ ਇਹਨੂੰ ਕੋਈ ਸਿੱਧੇ ਰਾਹ ਪਾ ਸਕਦਾ ਹੈ ਤੇ ਉਹ ਗੁਰੂ ਹੈ, ਕਿਉਂਕਿ ਗੁਰ ਬਿਨ ਕਿਨ ਸਮਝਾਈ ਹੈ। ਗੁਰੂ ਦੀ ਮੱਤ ਤੋਂ ਬਿਨਾ ਹੋਰ ਕੋਈ ਮਨ ਨੂੰ ਸਮਝਾ ਹੀ ਨਹੀਂ ਸਕਦਾ। ਗੁਰੂ ਹੀ ਹੈ, ਗੁਰੂ ਸ਼ਬਦ ਹੀ ਹੈ, ਗੁਰੂ ਦੀ ਬਾਣੀ ਹੈ ਜੋ ਮਨ ਨੂੰ ਸਿੱਧੇ ਰਾਹ ਪਾ ਸਕਦੀ ਹੈ, ਇਸ ਮਨ ਦਾ ਹੰਕਾਰ ਤੋੜ ਸਕਦੀ ਹੈ। ਪ੍ਰੇਮ ਪਦਾਰਥ ਪਾਈ ਹੈ, ਗੁਰਮੁਖ ਤਤ ਵਿਚਾਰ। ਹੇ ਭਾਈ, ਗੁਰੂ ਜੀ ਦੇ ਸ਼ਰਨ ਪਿਆ, ਗੁਰੂ ਜੀ ਦੇ ਸਨਮੁਖ ਹੋਇਆ, ਗੁਰੂ ਬਾਣੀ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਗ੍ਰਹਿਣ ਕੀਤਿਆਂ, ਆਪਣੇ ਜੀਵਨ ਦੇ ਮੂਲ ਨਿਰੰਕਾਰ ਪ੍ਰਮਾਤਮਾ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਆ ਸਕਦੀ ਹੈ ਜੀਵਨ 'ਚ। ਕਿਉਂਕਿ ਗੁਰੂ ਦੇ ਰਾਹੀਂ ਹੀ, ਗੁਰੂ ਸ਼ਬਦ ਦੇ ਰਾਹੀਂ ਹੀ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਇਹ ਮਨ ਕਰ ਸਕਦਾ ਹੈ। ਤੇ ਗੁਰੂ ਦੀ ਸ਼ਰਨ ਪਿਆ,
ਗੁਰੂ ਦੇ ਚਰਨਾਂ ਵਿੱਚ ਜੁੜਿਆਂ, ਗੁਰੂ ਸ਼ਬਦ ਨੂੰ ਜੀਵਨ ਵਿੱਚ ਧਾਰਨ ਕੀਤਿਆਂ ਪਰਮਾਤਮਾ ਦੇ ਗੁਣਾਂ ਚੋਂ ਪ੍ਰੇਮ ਪੈਦਾ ਹੋ ਸਕਦਾ ਹੈ। ਮਾਨਵਤਾ ਦੇ ਨਾਲ, ਸਾਰਿਆਂ ਦੇ ਨਾਲ ਸਾਂਝ ਪੈਦਾ ਹੋ ਸਕਦੀ ਹੈ। ਸਾ ਧਨ ਆਪ ਗਵਾਇਆ, ਗੁਰ ਕੈ ਸ਼ਬਦ ਸ਼ਿੰਗਾਰ। ਸਾ ਧਨ ਦਾ ਅਰਥ ਹੈ ਜੀਵ ਇਸਤਰੀ। ਆਪ ਗਵਾਇਆ, ਆਪਣੇ ਵਿੱਚੋਂ ਮੈਂ ਮੇਰੀ ਅਹੰਕਾਰ ਗਵਾ ਦਿੱਤਾ। ਕਿਵੇਂ? ਗੁਰ ਕੈ ਸ਼ਬਦ ਸ਼ਿੰਗਾਰ, ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਆਪਣੇ ਜੀਵਨ ਵਿੱਚ ਜਦੋਂ ਆਤਮਿਕ ਗੁਣ ਧਾਰਨ ਕੀਤੇ, ਗੁਰੂ ਦੇ ਸ਼ਬਦ, ਗੁਰੂ ਦੇ ਗੁਣਾਂ ਦਾ ਸ਼ਿੰਗਾਰ ਕੀਤਾ, ਕੀ ਹੋਇਆ? ਜੀਵਨ ਪਰਮਾਤਮਾ ਨਾਲ ਜੁੜ ਗਿਆ। ਸਾ ਧਨ ਆਪ ਗਵਾਇਆ, ਐਸੀ ਜੀਵ ਇਸਤਰੀ ਜਿਹਨੇ ਗੁਰੂ ਸ਼ਬਦ ਦੇ ਵਿੱਚ ਆਪਣਾ ਜੀਵਨ ਜੋੜ ਲਿਆ, ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ, ਉਹਨੇ ਆਪ ਗਵਾਇਆ। ਆਪਣੇ ਵਿੱਚੋਂ ਮੈਂ ਮੇਰੀ ਹਉਮੈ ਖਤਮ ਹੋ ਗਈ ਤੇ ਉਹਦਾ ਜੀਵਨ ਸਦਾ ਗੁਰੂ ਦੇ ਸ਼ਬਦ ਦੇ ਸ਼ਿੰਗਾਰ ਦੇ ਵਿੱਚ ਰੰਗਿਆ ਗਿਆ। ਫਿਰ ਕੀ ਹੋਇਆ? ਘਰ ਹੀ ਸੋ ਪਿਰ ਪਾਇਆ, ਗੁਰ ਕੈ ਹੇਤ ਅਪਾਰ। ਘਰ ਹੀ ਵਿੱਚ, ਹਿਰਦੇ ਰੂਪੀ ਘਰ ਦੇ ਵਿੱਚ ਹੀ ਗੁਰੂ ਜੀ ਦੇ ਰਾਹੀਂ, ਗੁਰੂ ਦੇ ਪਿਆਰ ਦੇ ਰਾਹੀਂ, ਗੁਰੂ ਜੀ ਦੀ ਸਮਝ ਦੇ ਰਾਹੀਂ, ਗੁਰੂ ਦੇ ਅਟਲ ਪ੍ਰੇਮ ਤੇ ਗੁਰੂ ਦੇ ਸਿਧਾਂਤ ਤੇ ਚੱਲ ਕੇ ਘਰ ਹੀ ਸੋ ਪਿਰ ਪਾਇਆ, ਹਿਰਦੇ ਰੂਪੀ ਘਰ ਦੇ ਵਿੱਚੋਂ ਹੀ ਸੱਚਾ ਪਤੀ ਪਰਮਾਤਮਾ ਮਿਲ ਗਿਆ। ਗੁਰ ਕੀ ਸੇਵਾ ਚਾਕਰੀ, ਮਨ ਨਿਰਮਲ ਸੁਖ ਹੋਏ। ਗੁਰੂ ਜੀ ਦੀ ਦੱਸੀ ਹੋਈ, ਗੁਰੂ ਸ਼ਬਦ ਤੋਂ ਕੀਤੀ ਹੋਈ, ਗੁਰੂ ਦੀ ਮੱਤ ਤੇ ਚੱਲ ਕੇ ਇੱਕ ਸੇਵਾ ਜੋ ਮਨ ਨੂੰ ਨਿਰਮਲ ਕਰਦੀ ਹੈ। ਗੁਰ ਕੀ ਸੇਵਾ ਚਾਕਰੀ, ਜੋ ਗੁਰੂ ਜੀ ਸ਼ਬਦ ਵਿੱਚ ਸਾਨੂੰ ਗੁਰੂ ਦੀ ਮੱਤ ਤੇ ਚੱਲਣ ਦਾ ਹੁਕਮ ਲਾਉਂਦੇ ਆ ਨਾ, ਜੋ ਉਸ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਾ ਹੈ, ਇਸ ਚਾਕਰੀ ਨੂੰ ਕਰਦਾ ਹੈ, ਗੁਰੂ ਦੀ ਗੁਲਾਮੀ ਕਰਦਾ ਹੈ, ਗੁਰੂ ਸ਼ਬਦ ਦੀ ਚਾਕਰੀ ਕਰਦਾ ਹੈ, ਇਹਦੇ ਨਾਲ ਕੀ ਹੁੰਦਾ ਹੈ? ਮਨ ਨਿਰਮਲ ਸੁਖ ਹੋਏ। ਮਨ ਨਿਰਮਲ ਹੁੰਦਾ ਹੈ, ਮਨ ਪਵਿੱਤਰ ਹੁੰਦਾ ਹੈ। ਦੇਖੋ, ਜਿਵੇਂ ਸਾਫ਼ ਪਾਣੀ ਹੋਵੇਗਾ ਨਾ, ਉਹ ਜੇ ਆਪਾਂ ਪੀਵਾਂਗੇ ਸਾਡੇ ਅੰਦਰ ਆਕਸੀਜਨ ਲੈ ਕੇ ਜਾਵੇਗਾ, ਸਾਨੂੰ ਤਰੋਤਾਜ਼ਾ ਕਰੇਗਾ। ਇਵੇਂ ਜਦੋਂ ਮਨ ਨਿਰਮਲ ਹੁੰਦਾ ਹੈ ਨਾ, ਮਨ ਪਵਿੱਤਰ ਹੁੰਦਾ ਹੈ, ਨਿਰਮਲ ਮਨ ਦੇ ਵਿੱਚੋਂ ਨਿਰਮਲ ਖਿਆਲ ਉਜਾਗਰ ਹੁੰਦੇ ਨੇ, ਜੋ ਮਨੁੱਖ ਦੀ ਪਰਸਨੈਲਿਟੀ ਨੂੰ ਕੱਢਦੇ ਨੇ। ਜੇ ਸਾਡੇ ਅੰਦਰ ਭਾਵੇਂ ਕਿੰਨਾ ਖੂਬਸੂਰਤ ਚਿਹਰਾ ਹੈ, ਅਸੀਂ ਕਿੰਨੇ ਮਹਿੰਗੇ ਬ੍ਰਾਂਡਡ ਕੱਪੜੇ ਪਾਏ ਨੇ, ਕਿੰਨਾ ਅਸੀਂ ਅਮੀਰ ਹਾਂ, ਪਰ ਮਨ ਮੈਲਾ ਹੈ, ਇਹਨਾਂ ਵਿੱਚੋਂ ਗੰਦੇ ਖਿਆਲ ਉਜਾਗਰ ਹੋ ਰਹੇ ਨੇ, ਸਾਡੀ ਕੋਈ ਜ਼ਿੰਦਗੀ ਨਹੀਂ। ਮਨ ਨਿਰਮਲ ਹੋਵੇਗਾ, ਨਿਰਮਲ ਮਨ ਚੋਂ ਨਿਰਮਲ ਖਿਆਲ ਆਉਣਗੇ। ਤੇ ਨਿਰਮਲ ਮਨ ਕਿਵੇਂ ਹੋਏਗਾ? ਗੁਰ ਕੀ ਸੇਵਾ ਚਾਕਰੀ, ਮਨ ਨਿਰਮਲ ਸੁਖ ਹੋਏ। ਗੁਰੂ ਦੀ ਦੱਸੀ ਹੋਈ ਸੇਵਾ ਨੂੰ ਕਮਾ ਕੇ, ਗੁਰੂ ਜੀ ਦੀ ਚਾਕਰੀ ਕਰਕੇ ਇਹ ਮਨ ਮੈਲ ਰਹਿਤ ਹੋ ਸਕਦਾ ਹੈ, ਇਸ ਦੀ ਵੀ ਆਤਮਿਕ ਸੁੱਖ ਜੀਵਨ ਦੇ ਵਿੱਚ ਮਿਲ ਸਕਦਾ ਹੈ। ਗੁਰ ਕਾ ਸ਼ਬਦ ਮਨ ਵਸਿਆ, ਹਉਮੈ ਵਿੱਚੋਂ ਖੋਏ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਤੁਰਦਾ ਹੈ, ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦਾ ਉਪਦੇਸ਼, ਗੁਰੂ ਦਾ ਸ਼ਬਦ ਵਸ ਜਾਂਦਾ ਹੈ, ਹਉਮੈ ਵਿੱਚੋਂ ਖੋਏ, ਉਹਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ। ਨਾਮ ਪਦਾਰਥ ਪਾਇਆ, ਲਾਭ ਸਦਾ ਮਨ ਹੋਏ। ਐਸਾ ਮਨੁੱਖ ਪਰਮਾਤਮਾ ਦਾ ਸੱਚਾ ਪ੍ਰੇਮ ਰੂਪੀ ਪਦਾਰਥ ਪਾ ਲੈਂਦਾ ਹੈ। ਉਹਦੇ ਜੀਵਨ ਵਿੱਚ ਸੱਚਾ ਹੁਕਮ ਪਰਮਾਤਮਾ ਦੇ ਮੰਨਣ ਦੀ ਗੱਲ ਸਮਝ ਆ ਜਾਂਦੀ ਹੈ। ਲਾਭ ਸਦਾ ਮਨ ਹੋਏ, ਫਿਰ ਉਹਦੀ ਜ਼ਿੰਦਗੀ ਵਿੱਚ ਸਦਾ ਲਾਹਾ ਹੁੰਦਾ ਹੈ, ਆਤਮਿਕ ਗੁਣਾਂ ਦਾ ਵਾਧਾ ਹੁੰਦਾ ਹੈ, ਤੇ ਉਹ ਸਦਾ ਹੀ ਸੱਚੇ ਜੀਵਨ ਵਾਲਾ ਬਣ ਜਾਂਦਾ ਹੈ। ਅਗਲਾ ਬੰਦ ਹੈ, ਕਰਮ ਮਿਲੈ ਤਾਂ ਪਾਈਐ, ਆਪ ਨਾ ਲਿਆ ਜਾਏ। ਹੁਣ ਮਤਾ ਕਿਤੇ ਇੱਥੇ ਹੰਕਾਰ ਆ ਜਾਵੇ, ਫਿਰ ਸਾਹਿਬ ਜੀ ਬੜੀ ਪਿਆਰੀ ਗੱਲ ਕਹਿੰਦੇ, ਇਹ ਭਾਈ ਜੇ ਤੂੰ ਇਹ ਸੋਚੇ ਨਾ ਕਿ ਵੀ ਇਹ ਤੇਰੀ ਕਿਰਪਾ, ਤੇਰੀ ਰਹਿਮਤ ਨਾਲ ਜਾਂ ਤੇਰੇ ਤੁਰਿਆਂ ਗੁਰੂ ਸ਼ਬਦ ਤੈਨੂੰ ਸਮਝ ਆਇਆ, ਗੁਰੂ ਦੀ ਮੱਤ ਸਮਝ ਆਈ ਹੈ, ਨਹੀਂ, ਇਹ ਤੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ, ਕਰਮ ਮਿਲਿਆ, ਉਹਦੀ ਬਖਸ਼ਿਸ਼ ਹੋਈ ਹੈ, ਤਾਂ ਪਾਈ ਹੈ, ਤਾਂ ਤੇਰਾ ਜੀਵਨ ਸੱਚ ਦੇ ਰਸਤੇ ਤੇ ਤੁਰਿਆ ਹੈ। ਆਪ ਨਾ ਲਿਆ ਜਾਏ, ਇਹਦਾ ਹੰਕਾਰ ਨਾ ਕਰੀ ਕਿ ਤੂੰ ਆਪ ਗੁਰੂ ਸ਼ਬਦ ਨੂੰ ਪ੍ਰਾਪਤ ਕੀਤਾ ਹੈ, ਨਹੀਂ,
ਇਹ ਗੁਰੂ ਨੇ ਕਿਰਪਾ ਕੀਤੀ ਹੈ, ਤੇਰੀਆਂ ਅਰਦਾਸਾਂ ਸੁਣੀਆਂ ਨੇ, ਤੇਰੀਆਂ ਬੇਨਤੀਆਂ ਸੁਣੀਆਂ ਨੇ, ਤੇ ਤੈਨੇ ਉਹਨੂੰ ਆਪ ਤੈਨੂੰ ਉਦਮ ਬਖਸ਼ਿਆ ਹੈ ਤੇ ਤੈਨੂੰ ਆਪਣੇ ਨਾਲ ਉਹਨੇ ਮਿਲਾ ਲਿਆ ਹੈ। ਗੁਰ ਕੀ ਚਰਨੀ ਲੱਗ ਰਹੋ ਵਿੱਚੋਂ ਆਪ ਗਵਾਏ। ਇਸ ਵਾਸਤੇ ਭਾਈ ਸਦਾ ਵਾਸਤੇ ਗੁਰੂ ਸ਼ਬਦ ਵਿੱਚ ਜੁੜਿਆ ਰਹਿ, ਗੁਰੂ ਦੇ ਚਰਨਾਂ ਵਿੱਚ, ਗੁਰੂ ਦੀ ਮੱਤ ਵਿੱਚ ਟਿਕਿਆ ਰਹਿ, ਤੇ ਸਦਾ ਵਾਸਤੇ ਆਪਣੇ ਵਿੱਚੋਂ ਮੈਂ ਮੇਰੀ ਅਹੰਕਾਰ ਨੂੰ ਦੂਰ ਕਰਕੇ ਰਹਿ। ਸੱਚੇ ਸੇਤੀ ਰਤਿਆਂ ਸੱਚੋ ਪੱਲੇ ਪਾਏ, ਕਿਉਂਕਿ ਸਤਿਗੁਰ ਦੀ ਬਰਕਤ ਨਾਲ ਹੀ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਪ੍ਰੇਮ ਰੂਪੀ ਰੰਗ ਦੇ ਵਿੱਚ ਰੰਗਿਆ ਜਾ ਸਕਦਾ ਹੈ, ਤੇ ਸਦਾ ਵਾਸਤੇ ਉਹ ਸੱਚਾ ਨਿਰੰਕਾਰ ਪ੍ਰਭੂ ਪਰਮਾਤਮਾ ਮਿਲ ਪੈਂਦਾ ਹੈ। ਆਖਰੀ ਬੰਦ ਹੈ ਪਾਵਨ ਸ਼ਬਦ ਦਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਬੜਾ ਪਿਆਰਾ ਬਚਨ ਕਹਿ ਕੇ ਗੁਰੂ ਜੀ ਸਮਾਪਤੀ ਕਰ ਰਹੇ ਨੇ। ਕਹਿੰਦੇ ਭਾਈ ਇਹ ਗੱਲ ਚੇਤੇ ਰੱਖੀ, ਇਹ ਨਾ ਕਿਤੇ ਮਨ ਦੇ ਵਿੱਚ ਹੀਨ ਭਾਵਨਾ ਲੈ ਆਈ ਕਿ ਭਾਈ ਮੈਂ ਤੇ ਮਾਇਆ ਦੇ ਨਸ਼ੇ ਦੇ ਵਿੱਚ ਰਹਿਣਾ ਹੈ, ਕਿਤੇ ਮੇਰਾ ਕੀ ਹੋਊਗਾ, ਮੇਰਾ ਜੀਵਨ ਕਿਵੇਂ ਬਦਲੇਗਾ। ਸਾਹਿਬ ਕਹਿੰਦੇ ਕਿਤੇ ਐਸੀ ਹੀਣ ਭਾਵਨਾ ਨਾ ਲੈ ਕੇ ਆਈ। ਇਹ ਗੱਲ ਚੇਤੇ ਰੱਖੀ, ਭੁੱਲਣ ਅੰਦਰ ਸਭ ਕੋ, ਜੋ ਜੀਵ ਇਸ ਧਰਤੀ ਤੇ ਪੈਦਾ ਹੋਇਆ ਹਰ ਕੋਈ ਭੁੱਲਣ ਦੇ ਵਿੱਚ ਹੈ। ਗਲਤੀਆਂ ਹੁੰਦੀਆਂ ਰਹਿੰਦੀਆਂ ਨੇ, ਕਿਉਂਕਿ ਮਨੁੱਖ ਗਲਤੀਆਂ ਦਾ ਪੁਤਲਾ ਹੈ। ਗਲਤੀਆਂ ਹੁੰਦੀਆਂ ਨੇ, ਬਾਰ-ਬਾਰ ਹੁੰਦੀਆਂ ਨੇ, ਪਰ ਮਨੁੱਖ ਜਿਹੜਾ ਆਪਣਾ ਗਲਤੀਆਂ ਨੂੰ ਸੁਧਾਰਦਾ ਹੈ, ਆਪਣੀਆਂ ਗਲਤੀਆਂ ਤੋਂ ਸਿੱਖਿਆ ਲੈ ਕੇ ਅੱਗੇ ਤੁਰਦਾ ਹੈ, ਉਹਦੇ ਵਰਗਾ ਕੋਈ ਸਮਝਦਾਰ ਨਹੀਂ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਜੇ ਕੋਈ ਭੁੱਲ ਤੋਂ ਰਹਿਤ ਹੈ, ਉਹ ਕੇਵਲ ਤਾਂ ਕੇਵਲ ਗੁਰੂ ਹੈ ਤੇ ਪ੍ਰਮਾਤਮਾ ਹੈ, ਜੋ ਕਦੀ ਵੀ ਭੁੱਲ ਨਹੀਂ ਕਰਦਾ। ਬਾਕੀ ਜਿਤਨੇ ਵੀ ਅਸੀਂ ਹਾਂ, ਅਸੀਂ ਸਾਰੇ ਭੁੱਲਾਂ ਦੇ ਵਿੱਚ ਹਾਂ। ਗੁਰਮਤਿ ਮਨ ਸਮਝਾਇਆ ਲਾਗਾ ਤਿਸੇ ਪਿਆਰ। ਕਹਿੰਦੇ ਜਿਸ ਮਨੁੱਖ ਨੇ ਗੁਰੂ ਜੀ ਦੀ ਮੱਤ ਉੱਤੇ ਤੁਰ ਕੇ ਆਪਣੇ ਮਨ ਨੂੰ ਗੁਰੂ ਸ਼ਬਦ ਨਾਲ ਸਮਝਾ ਲਿਆ, ਸਭ ਕਹਿੰਦੇ ਕੀ ਹੋਇਆ, ਉਸ ਦੇ ਅੰਦਰ ਪ੍ਰਮਾਤਮਾ ਦਾ ਪ੍ਰੇਮ ਬਣ ਗਿਆ। ਨਾਨਕ ਸਾਚ ਨਾ ਵਿਸਰੈ ਮੇਲੇ ਸ਼ਬਦ ਪਾਰ। ਇਹ ਨਾਨਕ, ਜਿਸ ਮਨੁੱਖ ਨੂੰ ਗੁਰੂ ਜੀ ਦੇ ਸ਼ਬਦ ਦਾ ਪ੍ਰੇਮ ਬਣ ਗਿਆ, ਗੁਰੂ ਦੇ ਸ਼ਬਦ ਨਾਲ ਸਾਂਝ ਬਣ ਗਈ, ਉਸ ਨੂੰ ਸੱਚਾ ਨਿਰੰਕਾਰ ਪ੍ਰਮਾਤਮਾ ਮਿਲ ਗਿਆ। ਸਦਾ ਵਾਸਤੇ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਗਿਆ, ਤੇ ਪ੍ਰਭੂ ਪਰਮਾਤਮਾ ਨੇ ਫਿਰ ਉਹਨੂੰ ਭਟਕਣਾ ਦੇ ਵਿੱਚੋਂ, ਭਰਮ ਦੇ ਵਿੱਚੋਂ ਕੱਢ ਕੇ ਆਪਣੇ ਨਾਲ ਜੋੜ ਲਿਆ। ਸੋ ਅੱਜ ਦਾ ਸ਼ਬਦ ਨੰਬਰ 12 ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਗੁਰੂ ਜੀ ਨੇ ਸਮਝਾਇਆ ਹੈ ਕਿ ਐ ਮਨੁੱਖ, ਤੇਰੀ ਜ਼ਿੰਦਗੀ ਕਿਵੇਂ ਕੁਰਾਹੀ ਪਈ ਹੋਈ ਹੈ, ਇਹਨੂੰ ਸੱਚ ਦੇ ਰਸਤੇ ਤੇ ਤੋਰ। ਗੁਰੂ ਜੀ ਕਿਰਪਾ ਕਰਨ, ਅਸੀਂ ਸਾਰੇ ਆਪੋ ਆਪਣਾ ਫਰਜ਼ ਸਮਝੀਏ। ਪ੍ਰਬੰਧਕ ਆਪਣਾ ਫਰਜ਼ ਸਮਝਣ, ਪ੍ਰਚਾਰਕ ਆਪਣਾ ਫਰਜ਼ ਸਮਝਣ, ਸੰਗਤ ਆਪਣਾ ਫਰਜ਼ ਸਮਝੇ। ਆਓ ਰਲ ਮਿਲ ਕੇ ਗੁਰੂ ਦੀ ਮੱਤ ਦਾ ਪ੍ਰਚਾਰ ਤੇ ਪ੍ਰਸਾਰ ਕਰੀਏ, ਗੁਰੂ ਸ਼ਬਦ ਤੇ ਤੁਰੀਏ, ਤਾਂ ਹੀ ਹੋਣਗੇ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੇ ਮੇਲੇ। ਭੁੱਲ ਗਲਤੀ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ